ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦ ਸਿੱਖ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਇੱਕ ਵਾਰ ਫੇਰ ਨਿੱਘਾ ਸਵਾਗਤ ਹੈ। ਅੱਜ ਦਾ ਜਿਹੜਾ ਮੁੱਦਾ ਅਸੀਂ ਆਪ ਜੀ ਦੇ ਸਨਮੁਖ ਲੈ ਕੇ ਆਏ ਹਾਂ ਉਹਦਾ ਸਿੱਧਾ ਤਲਕ ਸਿੱਖਾਂ ਅਤੇ ਪੰਜਾਬ ਨਾਲ ਹੈ। ਜਿਸ ਮੁੱਦੇ 'ਤੇ ਅਸੀਂ ਵਿਚਾਰ ਚਰਚਾ ਅੱਜ ਕਰਨੀ ਹੈ ਉਹ ਹੈ ਅਕਾਲੀ ਦਲ ਮੂਹਰੇ ਜੋ ਮੌਜੂਦਾ ਸੰਕਟ ਆਇਆ ਖੜ੍ਹਾ ਹੈ। ਇਹ ਪਾਰਟੀ 1920 ਵਿੱਚ ਹੋਂਦ ਵਿੱਚ ਆਉਂਦੀ ਹੈ ਅਤੇ ਬਹੁਤ ਸੰਘਰਸ਼ਾਂ ਵਿੱਚੋਂ ਲੰਘਦੀ ਹੈ ਅਤੇ ਆਪਾਂ ਕਹਿ ਸਕਦੇ ਹਾਂ ਵੀ ਇਹਦਾ ਜਨਮ ਹੀ ਇੱਕ ਸੰਘਰਸ਼ ਵਿੱਚੋਂ ਹੋਇਆ ਹੈ। ਪਰ ਇਤਿਹਾਸ ਨੇ ਆਪਾਂ ਨੂੰ ਦੱਸਿਆ ਵੀ ਚੱਲਦੇ ਚੱਲਦੇ ਇਸ 'ਚ ਬਹੁਤ ਨਿਘਾਰ ਆ ਗਿਆ ਅਤੇ ਹੁਣ ਤਾਂ ਇੱਦਾਂ ਦੀ ਹਾਲਤ ਬਣ ਗਈ ਹੈ ਵੀ ਲੋਕਾਂ ਨੇ ਇਹਨੂੰ ਬਿਲਕੁਲ ਹੀ ਆਪ ਦੇ ਮਨਾਂ ਵਿੱਚੋਂ ਵੀ ਕੱਢਤਾ ਹੈ ਅਤੇ ਜਿਹਦਾ ਖਮਿਆਜ਼ਾ ਇਹਨਾਂ ਨੂੰ ਪਿਛਲੀ ਚੋਣਾਂ ਵੀ ਮਿਲਿਆ। ਇਹ ਵੀ ਦੇਖਣ 'ਚ ਆਇਆ ਹੈ ਵੀ ਬਹੁਤ ਇਸ ਦਲ ਦੇ ਵਿੱਚ ਬਹੁਤ ਫੇਰ ਬਦਲ ਚੱਲ ਰਿਹਾ ਹੈ। ਇੱਕ ਕੋਸ਼ਿਸ਼ ਹੋ ਰਹੀ ਹੈ ਵੀ ਇਸ ਦਲ ਨੂੰ ਮੁੜ ਕੇ ਸੁਰਜੀਤ ਕੀਤਾ ਜਾਵੇ ਅਤੇ ਇਹਨੂੰ ਮੁੜ ਆਪਦੇ ਪੈਰਾਂ ਸਿਰ ਖੜ੍ਹਾ ਕੀਤਾ ਜਾਵੇ। ਇਸ ਸਭ 'ਤੇ ਵਿਚਾਰ ਚਰਚਾ ਕਰਨ ਲਈ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਤੋਂ ਅਸੀਂ ਪੁੱਛਾਂਗੇ ਵੀ ਇਸ ਨਿਘਾਰ ਦਾ ਕਾਰਨ ਕੀ ਸੀ, ਕੀ ਇਸ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਜੋ ਸੰਭਾਵਨਾ ਹੈ ਜਾਂ ਜੋ ਸਮਰੱਥਾ ਹੈ ਉਹ ਮੌਜੂਦਾ ਆਗੂਆਂ ਵਿੱਚ ਮੌਜੂਦ ਹੈ। ਇਹ ਅਤੇ ਕੁਛ ਹੋਰ ਸਵਾਲਾਂ ਦਾ ਜਵਾਬ ਲੈ ਕੇ ਅੱਜ ਅਸੀਂ ਸਰਦਾਰ ਅਜਮੇਰ ਸਿੰਘ ਜੀ ਕੋਲ ਪਹੁੰਚੇ ਹਾਂ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਾਰਿਆਂ ਨਾਲੋਂ ਪਹਿਲਾਂ ਸ਼ੁਰੂਆਤੀ ਤੌਰ 'ਤੇ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਬਈ ਇੱਕ ਸਿਆਸੀ ਦਲ ਵੱਲੋਂ ਜਦੋਂ ਅਸੀਂ ਅਕਾਲੀ ਦਲ ਨੂੰ ਦੇਖਦੇ ਹਾਂ ਇੱਕ ਸਿੱਖਾਂ ਦੀ ਸਿਆਸੀ ਜਮਾਤ ਵਜੋਂ, ਉਹਦਾ ਸਿੱਖਾਂ ਵਾਸਤੇ ਅਤੇ ਪੰਜਾਬ ਵਾਸਤੇ ਉਹਦੀ ਅਹਿਮੀਅਤ ਕੀ ਹੈ? ਅਹਿਮੀਅਤ ਤਾਂ ਰਮਨੀਕ ਸਿੰਘ ਤੁਸੀਂ ਪਹਿਲਾਂ ਇੰਟਰੋਡਕਸ਼ਨ 'ਚ ਵੀ ਗੱਲ ਕਰਤੀ ਹੈ ਕਿ ਜਿਵੇਂ ਕਹਿੰਦੇ ਨਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ। ਸੋ ਖਾਲਸਾ ਪੰਥ ਖਾਸ ਕਰਕੇ ਜਦੋਂ ਦਾ ਹੋਂਦ ਵਿੱਚ ਆਇਆ ਸੋ ਇਹਨੂੰ ਆਪਣੀ ਹੋਂਦ ਅਤੇ ਆਪਣੀ ਪਛਾਣ ਅਤੇ ਆਪਣੀ ਨਿਵੇਕਲਾਪਣ ਜਿਹੜਾ ਨਿਆਰਾਪਣ ਸਿਧਾਂਤਕ ਪੱਖੋਂ ਵੀ ਅਤੇ ਸਰੂਪ ਪੱਖੋਂ ਵੀ ਉਹਨੂੰ ਬਚਾਉਣ ਵਾਸਤੇ ਹਮੇਸ਼ਾ ਹੀ ਸੰਘਰਸ਼ਾਂ 'ਚੋਂ ਹੀ ਨਿਕਲਣਾ ਪਿਆ। ਹਰ ਵੇਲੇ ਮਤਲਬ ਸੰਘਰਸ਼ ਅਤੇ ਮੁਹਿੰਮਾਂ ਹੀ ਚੱਲੀਆਂ ਅਤੇ ਇਸ ਪ੍ਰੋਸੈਸ ਦੇ ਵਿੱਚੋਂ ਇਤਿਹਾਸ ਦੇ ਇੱਕ ਪੜਾਅ 'ਤੇ ਜਾ ਕੇ ਇਹ ਕਹਿ ਲਓ ਕਿ ਪਿਛਲੀ ਸਦੀ ਦੇ ਪਹਿਲੇ ਦੂਜੇ ਦਹਾਕੇ ਜਾ ਕੇ ਅਕਾਲੀ ਦਲ ਦੀ ਇੱਕ ਹੋਂਦ ਵਿੱਚ ਆਇਆ। ਅਕਾਲੀ ਦਲ ਉਹਨੇ ਸਰੂਪ ਅਖਤਿਆਰ ਕੀਤਾ ਅਤੇ ਨਾਲ ਹੀ ਉਹਦੀ ਜੁੜਵੀਂ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਰੋਲ ਪਲੇ ਕੀਤਾ, ਲਗਾਤਾਰ ਸੰਘਰਸ਼ ਕੀਤੇ, ਪੰਥ ਦੇ ਮੁੱਦੇ ਉੱਠਦੇ ਰਹੇ। ਉਹ ਭਾਵੇਂ ਹਕੂਮਤ ਅੰਗਰੇਜ਼ਾਂ ਦੀ ਹੋਵੇ ਭਾਵੇਂ ਇੱਥੋਂ ਦੇ ਹਿੰਦੂ ਹਾਕਮਾਂ ਦੀ, ਦੋਹਾਂ ਵਿੱਚ ਹੀ ਕੋਈ ਫਰਕ ਨਹੀਂ ਪਿਆ। ਸੋ ਇਸ ਕਰਕੇ ਇਹ ਫਿਰ ਹੌਲੀ ਹੌਲੀ ਪੰਥ ਅਤੇ ਪੰਜਾਬ ਦੋਹਾਂ ਦੇ ਜਿਹੜੇ ਹੈਗੇ ਆ ਮੁੱਦੇ ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਦੀ ਪਛਾਣ ਅਤੇ ਉਹਨਾਂ ਦੀ ਵੱਖਰੀ ਹੋਂਦ ਅਤੇ ਹਸਤੀ ਬਚਾਉਣ ਵਾਸਤੇ ਇਹ ਸੰਘਰਸ਼ ਕਰਦਾ ਰਿਹਾ ਅਤੇ ਜਿਹਦੇ ਕਰਕੇ ਇਹਦਾ ਇੱਕ ਲੋਕਾਂ ਦੇ ਵਿੱਚ ਬੜਾ ਡੂੰਘੀਆਂ ਜੜ੍ਹਾਂ ਫੜੀਆਂ ਇਹਨੇ, ਇੱਕ ਪੰਥਕ ਧਿਰ ਦੇ ਤੌਰ 'ਤੇ, ਪੰਥਕ ਜਥੇਬੰਦੀ ਦੇ ਤੌਰ 'ਤੇ। ਅਤੇ ਮੇਰੇ ਖਿਆਲ ਤਕਰੀਬਨ ਹੁਣ ਉਹ 3 ਪੁਸ਼ਤਾਂ ਤਾਂ ਪੂਰੀਆਂ ਲੰਘ ਗਈਆਂ, 3 ਦੀ ਜਗ੍ਹਾ ਵੀ ਚੌਥੀ ਆ ਗਈ ਹੈ। ਅਤੇ ਇਸ ਕਰਕੇ ਦਾ ਨਾ ਮਤਲਬ ਸਾਡੇ ਦਿਲਾਂ ਦੇ ਵਿੱਚ ਉਹ ਬਹੁਤ ਬਣਿਆ ਹੋਇਆ ਲੋਕਾਂ ਦੇ ਦਿਲਾਂ 'ਚ। ਅਤੇ ਜਦੋਂ ਇਸ ਤਰ੍ਹਾਂ ਕਿਸੇ ਜਮਾਤ ਦਾ ਜਾਂ ਸਿਆਸੀ ਧਿਰ ਦਾ ਬਣ ਜੇ ਉਹ ਮਰਦੀ ਵੀ ਟਾਈਮ ਲਾਉਂਦੀ ਹੈ। ਸੋ ਇਹਦੇ ਪਤਨ ਦਾ ਵੀ ਫਿਰ ਇੱਕ ਦੌਰ ਸ਼ੁਰੂ ਹੋਇਆ। ਪਤਨ ਦਾ ਦੌਰ ਵੈਸੇ ਤਾਂ ਆਪਾਂ ਬਹੁਤਾ ਲੰਮੇ ਤਾਂ ਪਿੱਛੇ ਨਾ ਜਾਈਏ ਕਿਉਂਕਿ ਕੁਛ ਤਾਂ ਜਮਾਂਦਰੂ ਹੀ ਰੋਗ ਲੱਗ ਗਏ ਸੀਗੇ ਹੋਂਦ 'ਚ ਆਉਣ ਵੇਲੇ। ਉਹ ਮੇਨਲੀ ਆਪਾਂ ਬਿਲਕੁਲ ਜੇ ਸੰਖੇਪ ਸ਼ਬਦਾਂ 'ਚ ਗੱਲ ਕਰਨੀ ਹੋਵੇ ਕਿ ਉੱਧਰੋਂ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਆ ਗਈ
ਉਸ ਮੁਤਾਬਕ ਆਜ਼ਾਦੀ ਦਾ ਸੰਘਰਸ਼ ਉਸ ਵਿਚਾਰਧਾਰਾ ਤੇ ਉਸ ਝੰਡੇ ਥੱਲੇ ਉਹ ਸ਼ੁਰੂ ਹੋ ਗਿਆ। ਉੱਧਰੋਂ ਪੰਥ ਦੇ ਆਪਦੇ ਮਸਲੇ। ਸੋ ਜਿਹੜੀ ਉਹਦੇ ਨਾਲ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਸਮਤੋਲ ਜੀ ਪਹੁੰਚ ਰੱਖਣੀ ਸੀ ਵੀ ਤੁਹਾਡੇ ਵੱਖਰੇਪਣ ਨੂੰ ਜਾਂ ਨਵੇਕਲੇਪਣ ਨੂੰ, ਨਿਆਰੇਪਣ ਨੂੰ ਵੀ ਕੋਈ ਆਂਚ ਨਾ ਆਵੇ, ਉਹ ਤੋਂ ਵੀ ਬਚਣਾ ਹੈ। ਤੇ ਉਸ ਮੌਕੇ ਜਿਹੜਾ ਦੁਸ਼ਮਣ ਸੀ ਮੇਨ ਅੰਗਰੇਜ਼ ਹਕੂਮਤ, ਉਹਦੇ ਖਿਲਾਫ ਵੀ ਲੜਨਾ ਹੈ। ਸੋ ਇਹਦੇ ਵਿੱਚੋਂ ਮਤਲਬ ਜਿਵੇਂ ਨਿਭਣਾ ਚਾਹੀਦਾ ਸੀ ਬਹੁਤਾ ਨਹੀਂ ਨਿਭ ਸਕੇ। ਪਰ ਉਸ ਮੌਕੇ ਦੀ ਜਿਹੜੀ ਲੀਡਰਸ਼ਿਪ ਸੀ ਉਹਦੇ ਬਾਰੇ ਅਸੀਂ ਇੱਕ ਦਾਅਵੇ ਨਾਲ ਕਹਿ ਸਕਦੇ ਹਾਂ, ਉਹਨਾਂ ਦੀ ਨੀਤ ਵਿੱਚ ਕੋਈ ਖੋਟ ਨਹੀਂ ਸੀ। ਜੇ ਕਿਤੇ ਕੋਈ ਕਮਜ਼ੋਰੀ ਹੋਈ ਤਾਂ ਉਹ ਉਹਨਾਂ ਦੀ ਸਿਧਾਂਤਕ ਸਮਝ ਦੇ ਵਿੱਚ ਹੋਈ। ਮਸਲੇ ਵੀ ਨਵੇਂ ਸੀ। ਅੱਜ ਸਾਨੂੰ ਜਿੰਨਾ ਸੌਖਾ ਲੱਗਦਾ ਰਾਸ਼ਟਰਵਾਦ ਨੂੰ ਨਿੰਦਣਾ ਤੇ ਸਮਝਣਾ, ਉਹ ਜਦੋਂ ਆਪਦੇ ਜੋਬਨ 'ਤੇ ਸੀ ਨਾ, ਉਦੋਂ ਇਹ ਗੱਲ ਬਹੁਤ ਔਖੀ ਸੀ। ਸੋ ਸਮਾਂ ਪੈਣ ਤੋਂ ਪਿੱਛੋਂ ਤਾਂ ਸਾਰੇ ਸਿਆਣੇ ਹੋ ਜਾਂਦੇ ਆ। ਸੋ ਇਸ ਕਰਕੇ ਆਪਾਂ ਉਹਨਾਂ ਨੂੰ ਬਹੁਤਾ ਦੋਸ਼ ਨਾ ਦਈਏ। ਉਹ ਕੁਛ ਹਾਲਤਾਂ ਹੀ ਅਜਿਹੀਆਂ ਹੋਈਆਂ ਜਿਹਦੇ ਵਿੱਚੋਂ ਇਹ ਮਾਹੌਲ ਬਣਿਆ। ਅਤੇ ਚਲੋ 47 ਤੋਂ ਬਾਅਦ ਆ ਵੀ ਫਿਰ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ, ਜਦੋਂ ਕੁਛ ਚਿਰ ਬਾਅਦ ਜਾ ਕੇ ਅਹਿਸਾਸ ਹੋਣ ਲੱਗ ਗਿਆ ਛੇਤੀ 2-4 ਸਾਲਾਂ 'ਚ ਜਿਵੇਂ ਵੀ ਇਸ ਤਾਂ ਠੱਗੇ ਗਏ। ਜੋ ਉਮੀਦ ਕੀਤੀ ਸੀ, ਜੋ ਵਾਅਦੇ ਕੀਤੇ ਸੀ ਅਤੇ ਜੋ ਅਸੀਂ ਇਹ 'ਤੇ ਵਿਸ਼ਵਾਸ ਪ੍ਰਗਟ ਕੀਤਾ ਸੀ ਤਾਂ ਬਹੁਤ ਹੀ ਖੋਟੇ ਨਿਕਲੇ। ਹਾਲਾਂਕਿ ਮੁਸਲਮਾਨ ਜਿਹੜੇ ਆਗੂ ਸੀ ਜਨਾਬ ਵਰਗੇ, ਉਹ ਤਾਂ ਕਹਿ ਰਹੇ ਸੀ ਉਹਨਾਂ ਕੋਲੇ ਲੀਡਰਸ਼ਿਪ ਵੱਧ ਦੂਰਦਰਸ਼ੀ ਅਤੇ ਮਚਿਓਰ ਸੀ ਸਾਡੇ ਮੁਕਾਬਲੇ। ਸੋ ਉਹਦੇ ਵਿੱਚੋਂ ਚਲੋ ਫਿਰ ਅਗਲਾ ਇਹ ਸੰਘਰਸ਼ ਚੱਲਦਾ। ਉਹਦੇ 'ਚ ਮਾੜੀਆਂ ਮੋਟੀਆਂ ਆਉਂਦੀਆਂ, ਥਿੜਕਣਾਂ ਆਉਂਦੀਆਂ, ਕਮਜ਼ੋਰੀਆਂ ਵੀ ਆਉਂਦੀਆਂ, ਉਹਦਾ ਨੁਕਸਾਨ ਵੀ ਹੁੰਦਾ। ਉਹਦੇ ਨਾਲ ਜਿਹੜੀ ਲੀਡਰਸ਼ਿਪ ਦੀ ਸ਼ਾਖ ਹੈ ਉਹ ਵੀ ਗਿਰਦੀ ਹੈ, ਕਿਉਂਕਿ ਮੇਨ ਲੀਡਰ ਤਾਂ ਸਾਡਾ ਜਿਹੜਾ ਉੱਭਰ ਕੇ ਆਇਆ 47 ਤੋਂ ਬਾਅਦ ਮਾਸਟਰ ਤਾਰਾ ਸਿੰਘ ਹੈ। ਸੋ 60 ਤੱਕ ਜਾਂਦਿਆਂ ਉਹ ਲੋਕਾਂ ਦੇ ਮਨੋਂ ਲੱਥਣਾ ਸ਼ੁਰੂ ਹੋ ਗਿਆ ਸੀ। ਅਤੇ ਜਿਹੜਾ ਕੈਟਾਲਿਸਟਿਕ ਫੈਕਟਰ ਬਣਿਆ, ਉਹ ਬਣਿਆ ਮਰਨ ਵਰਤ ਰੱਖ ਕੇ ਮੌਤ ਤੋਂ ਭੱਜ ਜਾਣਾ, ਮਰਨ ਤੋਂ ਡਰ ਜਾਣਾ। ਇਹ ਸਾਡੀ ਕੌਮ ਮਾਫ ਨਹੀਂ ਕਰਦੀ। ਬੰਦਾ ਸਿਆਣਾ ਬਹੁਤਾ ਨਾ ਹੋਵੇ, ਸਿਧਾਂਤਕ ਉਕਾਈਆਂ ਕਰ ਜੇ ਕੋਈ ਗੱਲ ਨਹੀਂ, ਮਤਲਬ ਬੁਝਦਿਲ ਹੋਵੇ, ਮੌਤ ਤੋਂ ਡਰ ਜੇ, ਇਹ ਮਿਹਣਾ ਹੈ, ਇਹ ਕੌਮ ਨੂੰ ਮਿਹਣਾ ਹੈ। ਸੋ ਉਹ ਇਸ ਕਰਕੇ ਉਹਦੇ ਖਿਲਾਫ ਗੁੱਸਾ ਆਇਆ। ਉਸ 'ਚੋਂ ਸਾਰੀ ਜਿਹੜੀ ਕੌਮ ਆ ਉੱਲਰ ਪਈ ਸੰਤ ਫਤਿਹ ਸੂਬਾ। ਪਰ 2 ਸਾਲਾਂ ਬਾਅਦ ਹੀ ਐਨ ਉਹੀ ਕੁਛ ਉਹਨੇ ਕੀਤਾ ਅਤੇ ਕੌਮ ਨੇ ਇੱਕਦਮ ਫਿਰ ਉਹਦੇ ਖਿਲਾਫ ਵੀ। ਸੋ ਸੰਕਟ ਤਾਂ ਉੱਥੇ ਹੀ ਸ਼ੁਰੂ ਹੋ ਗਿਆ ਹੈ, ਜਦੋਂ ਇਹ ਕਹਿ ਲਓ ਕਿ ਜਿਹੜੇ ਸਰੋਕਾਰ ਬਦਲ ਗਏ ਲੀਡਰਾਂ ਦੇ। ਇੱਕ ਦਿਸਣ ਲੱਗ ਗਈ ਸਤਾ ਦਾ ਜਿਹੜੀ ਲਾਲਸਾ ਹੈ, ਆਨੰਦ ਮਾਣਨ ਦੀ ਇੱਕ ਜਾਗ ਪਈ। ਉਹਦੇ ਨਾਲ ਨੈਚੁਰਲੀ ਤਿਆਗ ਅਤੇ ਕੁਰਬਾਨੀ ਦਾ ਜਜ਼ਬਾ ਕਮਜ਼ੋਰ ਪੈ ਜਾਂਦਾ ਹੈ। ਸੋ ਫਿਰ ਚੱਲਦਾ ਆਪਾਂ ਇਹਨੂੰ ਵਾਲੇ ਇਤਿਹਾਸ 'ਚ ਨਾ ਜਾਈਏ। ਹੁਣ ਜਿਹੜਾ ਅੱਜ ਸੰਕਟ ਆਇਆ ਹੈ, ਇਹ ਪਹਿਲੀ ਵਾਰ ਹੈ ਜਿਹਨੂੰ ਅਸੀਂ ਹੋਂਦ ਦਾ ਸੰਕਟ ਤੁਸੀਂ ਕਿਹਾ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ, ਵੀ ਹੁਣ ਅਕਾਲੀ ਦਲ ਆਪਦੀ ਹੋਂਦ ਬਚਾ ਕੇ ਰੱਖ ਸਕੂ ਕਿ ਨਹੀਂ ਰੱਖ ਸਕੂ। ਇਹ ਵੱਡਾ ਸਵਾਲ, ਸੀਰੀਅਸ ਹੈ ਇਹ ਸਵਾਲ, ਇਹ ਖੜਾ ਹੋ ਗਿਆ। ਚਲੋ ਇਹ ਜ਼ਾਹਰ ਤਾਂ ਹੋਇਆ ਪਿਛਲੀਆਂ ਅਸੈਂਬਲੀ ਚੋਣਾਂ 'ਚ, ਪਰ ਲੱਛਣ ਪਹਿਲਾਂ ਦਿਸਣ ਲੱਗ ਗਏ ਸੀ ਵੀ ਹੁਣ ਜੋ ਕੁਛ ਇਹਨਾਂ ਨੇ ਕਰਤਾ ਲੀਡਰਸ਼ਿਪ ਨੇ, ਅਤੇ ਉਹਦੇ ਵਿੱਚ ਅਕਾਲੀ ਦਲ ਨੇ ਬਹੁਤ ਅੰਦਰੋਂ ਜਰਜਰਾ ਹੋ ਗਿਆ, ਕਮਜ਼ੋਰ ਹੋ ਗਿਆ। ਹੁਣ ਜਿਹੜੀ ਜਿਸ ਕਿਸਮ ਦਾ ਦੌਰ ਨਵਾਂ ਆ ਗਿਆ ਪੋਲੀਟਿਕਸ ਦਾ, ਚੁਣੌਤੀਆਂ ਵੱਡੀਆਂ ਆ ਗਈਆਂ। ਤਬਦੀਲੀ ਸੈਂਟਰ ਦੇ ਵਿੱਚ ਹਾਕਮਾਂ ਦੀ ਵੀ ਆ ਗਈ ਵੀ ਕਾਂਗਰਸ ਤਾਂ ਹੌਲੀ ਕਮਜ਼ੋਰ ਜੀ ਹੋ ਚੱਲੀ ਸੀ, ਜਿਹਦਾ ਫਾਇਦਾ ਇੱਥੇ ਬੈਠੀਆਂ ਰੀਜਨਲ ਤਾਕਤਾਂ ਨੂੰ ਹੁੰਦਾ ਸੀ। ਅਤੇ ਉਦੋਂ ਬਾਅਦ ਫਿਰ ਜਦੋਂ ਇਹ ਹੁਣ BJP ਆਈ ਹੈ, ਉਹ ਇੱਕ ਹਿਸਾਬ ਨਾਲ ਨਵੀਂ ਤਾਕਤ ਬਣ ਕੇ ਆਈ ਹੈ ਅਤੇ ਉਹਦਾ ਏਜੰਡਾ ਵੀ ਵੱਧ ਖਤਰਨਾਕ ਅਤੇ ਅਗਰੈਸਿਵ ਹੈ। ਅਤੇ ਉਦੋਂ ਹੀ ਇਹ ਜਿਹੜਾ ਵਰਤਾਰਾ ਵਾਪਰਿਆ, ਮੈਂ ਇਹਨੂੰ ਦੇਖਦਾ 1995 ਦਾ ਸਾਲ, ਕਿਉਂਕਿ ਜਦੋਂ ਖਾੜਕੂ ਲਹਿਰ ਖਤਮ ਹੁੰਦੀ ਹੈ, ਬੇਅੰਤ ਸਿੰਘ ਦਾ ਕਤਲ ਹੋ ਜਾਂਦਾ ਹੈ,
ਤੇ ਇਹ ਦਿਸਣ ਲੱਗ ਗਿਆ ਕਿ ਹੁਣ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ। ਜਿਹੜੇ ਖਾੜਕੂ ਲਹਿਰ ਵੇਲੇ ਅਕਾਲੀ ਆਗੂ ਟੋਟਲ ਐਂ ਲੱਗਦਾ ਸੀ ਵੀ ਹੁਣ ਇਹ ਬਸ ਖਤਮ ਨਾ, ਤੇ ਉਹ ਫੇਰ ਲੱਗਿਆ ਵੀ ਸਤਾ ਚਾਹੁੰਣਗੇ, ਕਿਉਂਕਿ ਖਾੜਕੂ ਧਿਰਤਾ ਖਤਮ ਹੋ ਗਈ, ਕਮਜ਼ੋਰ ਪੈ ਗਈ, ਉਹਨਾਂ ਦੀ ਕੋਈ ਆਪਦੀ ਪੋਲੀਟੀਕਲ ਪਲੇਟਫਾਰਮ ਉੱਭਰ ਨਾ ਸਕਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਰੂਰ ਆਪਦਾ ਜਿੰਨਾ ਕੁ ਸੀਗਾ ਉੱਠ ਬੋਲਦੇ ਰਹੇ, ਲੜਦੇ ਰਹੇ, ਆਵਾਜ਼ ਉਠਾਉਂਦੇ ਰਹੇ, ਪਰ ਉਹਨਾਂ ਦੀਆਂ ਨਾ ਕੁਛ ਇਨਹੈਰੈਂਟ ਕਮਜ਼ੋਰੀਜ਼ ਹੈ, ਕੁਝ ਜਮਾਂਦਰੂ ਹੈਗੀ ਗੜਬੜ। ਆਪਾਂ ਚਲੋ ਉਹਦੇ ਬਾਰੇ ਅੱਜ ਵਿਸ਼ਾ ਨਹੀਂ, ਵੈਸੇ ਉਹ ਵਿਸ਼ਾ ਵੀ ਕਿਸੇ ਮੌਕੇ ਬਹਿਸ 'ਚ ਆਊਗਾ। ਉਹਦੇ ਟੋਟਲ ਤੁਸੀਂ ਕਿਵੇਂ ਜੇ ਸਮਝਦੇ ਹੋ, ਹੈ ਨਾ। ਇੱਕ ਪਾਸੇ ਉਹ ਟਿਕ ਕੇ ਬੈਠ ਨਹੀਂ ਸਕਦੇ, ਬੋਲਦੇ ਨੇ, ਕਦੇ ਕਦੇ ਬੜੀ ਗੜਕ ਨਾਲ ਬੋਲਦੇ ਨੇ, ਅਤੇ ਪੰਥਕ ਮੁੱਦੇ ਲਗਾਤਾਰ ਉਠਾਉਂਦੇ ਰਹਿੰਦੇ ਨੇ, ਅੰਦਰੋਂ ਗੈਰਤ ਨਹੀਂ ਮਰਦੀ। ਅਤੇ ਪਰ ਇੱਕ ਜੋ ਲੀਡਰਸ਼ਿਪ ਦੀ ਕੁਆਲਿਟੀ ਹੋਣੀ ਚਾਹੀਦੀ ਹੈ, ਉਹ 'ਚ ਤਾਂ ਬਹੁਤ ਕੁਛ ਆਪਾਂ ਉਹ ਅੱਜ ਨਹੀਂ ਆਪਾਂ ਟੱਚ ਕਰਦੇ ਨਾ ਵੀ ਉਹ ਕੀ ਹੈ। ਚਲੋ, ਸੋ ਇਹ ਫਿਰ ਜਿਹੜੇ 95 'ਚ ਦਿਸਣ ਲੱਗ ਗਿਆ, ਉਦੋਂ ਬਾਅਦ ਫਿਰ ਇੱਕ ਤਿਆਰੀਆਂ ਸ਼ੁਰੂ ਹੋ ਗਈਆਂ। ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ, ਇਹ ਲੰਮੇ ਸਮੇਂ ਤੋਂ ਹੀ ਇਹ ਸਮਝ ਲਓ ਤੁਸੀਂ ਵੀ ਜਦੋਂ ਪੰਜਾਬ 'ਚ ਤਾਕਤ ਸ਼ੇਅਰ ਕਰਨ ਲੱਗ ਗਏ ਇਹ ਸੈਂਟਰ ਨਾਲ, ਸਰਕਾਰਾਂ ਬਣਨ ਲੱਗ ਗਈਆਂ। 67 'ਚ ਪਹਿਲੀ ਵਾਰ ਮੌਕਾ ਮਿਲਿਆ, ਅਤੇ ਉਦੋਂ ਬਾਅਦ ਚਲੋ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਮੌਕਾ ਮਿਲਿਆ, ਅਤੇ 77 'ਚ ਤਾਂ ਇਹ ਪੂਰੀ ਤਾਕਤ ਨਾਲ ਆਏ ਐਮਰਜੈਂਸੀ ਤੋਂ ਬਾਅਦ। ਸੋ ਉਦੋਂ ਫਿਰ ਇਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ 'ਚ ਖਾਸ ਕਰਕੇ ਵੀ ਜਿਹੜੀਆਂ ਹਿੰਦੂ ਤਵੀ ਤਾਕਤਾਂ ਹੈ, ਉਦੋਂ ਉਹ ਜਨਸੰਘ ਸੀ, ਮੁੜ ਕੇ ਉਹ BJP ਬਣ ਗਈ, ਉਹਨਾਂ ਨਾਲ ਜਿਹੜੀ ਨੇੜਤਾ ਰੱਖ ਕੇ ਕਿ ਸਿੱਖਾਂ ਦਾ ਜੇ ਇੱਕ ਵਰਗ, ਜੱਟਾਂ ਦਾ ਇੱਕ ਵਰਗ, ਪਿੰਡਾਂ ਦੇ ਵਿੱਚ ਇੱਕ ਧੜੇਬੰਦੀ 'ਚੋਂ ਹਿੱਸਾ ਟੁੱਟਦਾ ਵੀ ਹੈ, ਤਾਂ ਮੇਨਲੀ ਇਹਨੇ ਇੱਕ ਸਟਰੈਟਜੀ ਆਪਦੀ ਇਹ ਬਣਾ ਲਈ ਵੀ ਹਿੰਦੂ ਵਰਗ ਦੇ ਸਿਰ 'ਤੇ ਰਾਜ ਕਰੀਏ। ਸਿੱਖਾਂ ਦਾ ਤਾਂ ਇੱਕ ਗਰੰਟਡ ਹੀ ਹੈ ਵੀ ਉਹ ਤਾਂ ਰਹਿਣਾ ਹੀ ਆ ਸਾਡੇ ਨਾਲ, ਜਿਹੜਾ ਪੰਥਕ ਜਿਹੜੇ ਬੰਦਿਆਂ ਨੂੰ ਬਣ ਗਿਆ ਵੀ ਅਕਾਲੀ ਦਲ ਪੰਥਕ ਪਾਰਟੀ ਹੈ। ਸੋ ਉਨੀ ਕੁ ਵੋਟ ਉਹ ਪਲੱਸ ਇਹ, ਸੋ ਉਹਦੇ ਵਿੱਚੋਂ ਫਿਰ ਜਿਹੜੇ ਪੰਥਕ ਹਿੱਤਾਂ ਨਾਲ ਕੰਪਰੋਮਾਈਜ਼ ਕਰਨ ਦਾ ਇਹ ਸਿਲਸਿਲਾ ਚੱਲ ਪਿਆ। ਇਹਦੇ ਖਿਲਾਫ ਆਵਾਜ਼ਾਂ ਉੱਠੀਆਂ, ਪਰ ਉਹ ਬਹੁਤ ਟਿਕਵੀਆਂ, ਅਸੂਲੀ ਅਤੇ ਦ੍ਰਿੜ ਨਹੀਂ ਸੀ। ਉਹ ਇੱਕ ਹਿਸਾਬ ਨਾਲ ਜਿਹੜੀ ਫੈਕਸ਼ਨਲ ਸਟਰਗਲ ਬਣ ਜਾਂਦੀ ਹੈ, ਧੜਿਆਂ ਦੀ ਲੜਾਈ ਜੀ ਸਮਝ ਲਓ। ਕਿਸੇ ਮੌਕੇ ਸੁਖਜਿੰਦਰ ਸਿੰਘ ਨੇ ਆਵਾਜ਼ ਉਠਾਈ, ਫਿਰ ਤਲਵੰਡੀ ਨੇ ਉਠਾਈ, ਫਿਰ ਕੁਲਦੀਪ ਸਿੰਘ ਵਡਾਲਾ ਨੇ, ਅਖੀਰ 'ਤੇ ਜਾ ਕੇ ਟੌੜੇ ਨੇ ਵੀ, ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਉਹ ਵਿੱਚ ਕਰਦਾ ਰਹਿੰਦੇ ਸੀ। ਉਹ ਮਤਲਬ ਇੱਕ ਚੈੱਕ ਜਿਹੇ ਬਣੇ ਰਹਿੰਦੇ ਸੀ ਬਾਦਲ 'ਤੇ। ਇਹ ਨਹੀਂ ਉਹਦੇ 'ਚ ਇਹ ਸੀ ਵੀ ਉਹਨਾਂ 'ਚੋਂ ਚੱਲ ਕੁਛ ਨਾ ਕੁਛ ਕੋਈ ਪੰਥਕ ਜਜ਼ਬਾ ਵੀ ਸੀ, ਪਰ ਇਸ ਹੱਦ ਤੱਕ ਜਾ ਕੇ ਉਹ ਨਹੀਂ ਸੀ ਕਰਦੇ ਸਮਝੌਤਾ। ਸੋ ਕੁੱਲ ਮਿਲਾ ਕੇ ਹਾਲਤ ਆਪਾਂ ਕਹਿ ਲਈਏ ਵੀ ਅਕਾਲੀ ਦਲ ਦੀ ਇਹ ਬਣੀ ਰਹੀ ਵੀ ਬਾਦਲ ਜੇ ਥਿੜਕਣਾ ਵੀ ਚਾਹੁੰਦਾ ਸੀ ਤਾਂ ਉਹਨੂੰ ਉਹ ਫਰੀ ਹੈਂਡ ਮੌਕਾ ਨਹੀਂ ਗਰਾਊਂਡ ਨਹੀਂ ਸੀ ਮਿਲ ਰਹੀ, ਉਹ ਚੈੱਕ ਸੀ। ਸੋ 95 'ਚ ਆ ਕੇ ਫਿਰ ਜਦੋਂ ਇਹਨਾਂ ਨੇ ਸੋਚਿਆ ਕਿ ਹੁਣ ਫਿਰ ਇੱਕ ਸਾਡੇ ਵਾਸਤੇ ਮੌਕੇ ਖੁੱਲ੍ਹ ਗਏ, ਉਦੋਂ ਫਿਰ ਇਹਨਾਂ ਨੇ ਜਿਹੜੇ ਇਹਨਾਂ ਦਾ ਕੋਈ ਥਿੰਕ ਟੈਂਕ ਸੀ, ਉਹਨਾਂ ਨੇ ਮਤਲਬ ਇਹ ਧਾਰ ਲਈ ਸੀ ਕਿ ਜਿਹੜੇ ਪਿਛਲੇ ਸਮੇਂ 'ਚ ਬਾਦਲ ਨੂੰ ਜੋ ਪ੍ਰੋਬਲਮਾਂ ਆਈਆਂ ਅੰਦਰੋਂ, ਉਹਦਾ ਪੱਕਾ ਇੰਤਜ਼ਾਮ ਕਰੋ, ਜਿਹਦਾ ਮਤਲਬ ਵੀ ਹਰ ਚੁਣੌਤੀ ਜਿਹੜੀ ਅੰਦਰੋਂ ਉੱਠਣ ਵਾਲੀ ਹੈ ਉਹ ਤੋਂ ਮੁਕਤ ਹੋਵੋ, ਕੁਚਲ ਦਿਓ ਵਿਰੋਧ ਨੂੰ, ਕੱਢ ਦਿਓ ਬੰਦਿਆਂ ਨੂੰ ਬਾਹਰ, ਅਤੇ ਇਕੱਲੇ ਆਪਦੇ ਬਲ ਬੂਤੇ ਰਾਜ ਕਰਾਂਗੇ। ਇਹ ਜਿਹੜਾ ਉਹਦਾ ਥਿੰਕ ਟੈਂਕ ਸੀਗਾ, ਜਿੰਨੀ ਕੁ ਮੈਨੂੰ ਜਾਣਕਾਰੀ ਹੈ, ਕਿਉਂਕਿ ਅਸੀਂ ਤਾਂ ਉਸ ਪੀੜ ਦੇ ਵਿੱਚੋਂ ਨਿਕਲੇ ਹਾਂ, ਮੇਰੀ ਜਾਣਕਾਰੀ ਮੁਤਾਬਕ ਇਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਕਲਪਰੇਟ ਜਾਂ ਦੋਸ਼ੀ ਬਣਦਾ ਉਹ ਸਰਦਾਰ ਬਰਜਿੰਦਰ ਸਿੰਘ ਹਮਦਰਦ। ਈਵਨ ਰਾਜੀਵ ਲੌਂਗੋਵਾਲ ਸਮਝੌਤੇ 'ਚ ਵੀ ਉਹਦਾ ਰੋਲ, ਅਤੇ ਉਦੋਂ ਬਾਅਦ ਬਾਦਲ ਨੂੰ ਤਾਂ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹਨੇ ਪੈਰ ਨਹੀਂ ਸੀ ਲਾਉਂਦਾ, ਇਹ ਕੁਛ ਅੰਦਰੋਂ ਕਮਜ਼ੋਰ ਬੰਦਾ ਹੈ। ਸੋ ਉਦੋਂ ਫਿਰ ਇਹ ਮਤਲਬ ਜਿਹੜੇ ਬੰਦਾ ਨਾ ਬਰਜਿੰਦਰ ਸਿੰਘ ਹਮਦਰਦ, ਹਰਚਰਨ ਸਿੰਘ ਬੈਂਸ। ਹੁਣ ਹਰਚਰਨ ਸਿੰਘ ਬੈਂਸ ਦੀ ਕੋਈ ਅਕਾਲੀ ਬੈਕਗਰਾਊਂਡ ਨਹੀਂ,
ਅਕਾਲੀ ਹੈ ਹੀ ਨਹੀਂ ਸੀ ਉਹ। ਜੇ ਉਹਦੀ ਸੋਚ ਪੱਖੋਂ ਦੇਖਿਆ ਜਾਵੇ ਉਹ ਪਰੋ ਲੈਫਟ ਸੀ, ਹੋਰ ਕਿਸਮ ਦਾ ਬੰਦਾ ਸੀ। ਸਿਆਣਾ ਹੈ, ਕਹਿ ਸਕਦੇ ਹਾਂ ਬੁੱਧੀਮਾਨ ਹੈ, ਅਕਲ ਹੈ, ਪਰ ਅਕਲ ਨੂੰ ਵਰਤਦਾ ਕਿੱਧਰ ਹੈ। ਸੋ ਉਹ ਇਹ ਦੋ ਬੰਦੇ ਜਿਹੜੇ ਮੇਰੇ ਮੁਤਾਬਕ ਫਿਰ ਜੁੜਿਆ ਦਲਜੀਤ ਸਿੰਘ, ਡਾਕਟਰ ਦਲਜੀਤ ਸਿੰਘ ਚੀਮਾ। ਪਰ ਫਿਰ ਜੁੜਨੇ ਸ਼ੁਰੂ ਹੋ ਜਾਂਦੇ ਨੇ ਨਾ ਬੰਦੇ ਉਸ ਤਰ੍ਹਾਂ ਦੇ ਜਿਨ੍ਹਾਂ ਨੂੰ ਉਹ ਪੋਲੀਟਿਕਸ ਰਾਸ ਆਉਂਦੀ ਹੈ। ਫਿਰ ਤਾਂ ਉਹਦਾ ਇੱਕ ਸਮਝ ਲਓ ਵੀ ਜੁੰਡਲੀ ਜੀ ਬਣ ਗਈ। ਅਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾ ਸਟੈਪ ਸੀਗਾ ਵੀ ਟੌੜੇ ਤੋਂ ਮੁਕਤ ਹੋਣਾ ਹੈ। ਬਾਕੀ ਤਾਂ ਤਲਵੰਡੀ ਵੀ ਬਾਹਰ ਸੀ, ਬਡਾਲਾ ਵੀ ਬਾਹਰ ਕਰਤਾ ਸੀ। ਸਭ ਤੋਂ ਵੱਡਾ ਔਖਾ ਕੰਮ ਸੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ SGPC ਤੋਂ ਲਾਉਣਾ ਅਤੇ ਉਸ ਨੂੰ ਬੇਅਸਰ ਕਰਨਾ। ਅਤੇ ਉਸ ਮੌਕੇ ਜਿਹੜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਉਹ ਭਾਈ ਰਣਜੀਤ ਸਿੰਘ ਸੀ। ਅਤੇ ਭਾਈ ਰਣਜੀਤ ਸਿੰਘ ਬਾਦਲਾਂ ਦਾ ਕੋਈ ਉਸ ਤਰ੍ਹਾਂ ਪਾਲਤੂ ਜਾਂ ਉਹਨਾਂ ਦੇ ਕਹਿਣੇ 'ਚ ਚੱਲਣ ਵਾਲਾ ਬੰਦਾ ਨਹੀਂ ਸੀ। ਉਹਦੀ ਹਮਦਰਦੀ ਟੌੜੇ ਨਾਲ ਸੀ। ਸੋ ਉਸ ਨੂੰ ਜਿਵੇਂ ਲਾਹਿਆ, ਮੈਂ ਉਹਦਾ ਟੋਟਲ ਮੈਨੂੰ ਉਹਦੀ ਇੱਕ ਡਿਟੇਲ ਦਾ ਪਤਾ, ਕਿਵੇਂ ਪਲਾਨ ਕੀਤਾ। ਜਿਵੇਂ ਰਾਜ ਪਲਟੇ ਨਹੀਂ ਹੁੰਦੇ ਵੀ ਵੱਡੀਆਂ ਸਾਜ਼ਿਸ਼ਾਂ ਪਿੱਛੇ ਬੈਠੀਆਂ ਤਾਕਤਾਂ ਦੀਆਂ, ਉਹ ਕਰਕੇ ਉਹਨੂੰ ਜਿੰਨਾ ਜਲੀਲ ਕਰਕੇ ਲਾਹਿਆ ਗਿਆ। ਫਿਰ ਇੱਕ ਰਾਹ ਪੱਧਰਾ ਹੋ ਗਿਆ, ਹਰ ਕਿਸਮ ਦਾ ਵਿਰੋਧ ਪਾਰਟੀ 'ਚੋਂ ਖਤਮ ਕਰ ਦਿਓ। ਉਹ ਵਿਰੋਧ ਖਤਮ ਹੋ ਗਿਆ, ਫਿਰ ਖੁੱਲ੍ਹੀ ਆ ਤੁਹਾਡੇ ਵਾਸਤੇ। ਹੁਣ ਉਹਦੇ ਵਾਸਤੇ, ਬਾਦਲ ਵਾਸਤੇ ਜਾਂ ਉਹਦੇ ਧੜੇ ਜੇ ਵਾਸਤੇ ਤਾਂ ਬੜਾ ਠੀਕ ਹੋ ਗਿਆ ਕਿ ਉਹ ਆਰਾਮ ਨਾਲ ਰਾਜ ਕਰ ਸਕਣਗੇ। ਪਰ ਜਦੋਂ ਤੁਹਾਨੂੰ ਕੋਈ ਰੋਕਣ ਅਤੇ ਟੋਕਣ ਵਾਲਾ ਨਾ ਹੋਵੇ, ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਮਤਲਬ ਜਿਹੜੀ ਇੱਕ ਹੈਲਥ ਹੈ ਨਾ ਕਿਸੇ ਵੀ ਜਥੇਬੰਦੀ ਦੀ, ਈਵਨ ਪਰਿਵਾਰ ਦੇ ਵਿੱਚ ਵੀ, ਜੇ ਰਵਾਇਤ ਇਹ ਹੋ ਜਾਵੇ ਵੀ ਇੱਕੋ ਬੰਦੇ ਦਾ ਹੁਕਮ ਚੱਲੂ, ਉਹ ਨਹੀਂ ਉਹ ਵਾਲਾ ਚਿਰ ਚੱਲ ਸਕਦਾ ਹੁੰਦਾ। ਜੇ ਡੈਮੋਕ੍ਰੇਸੀ ਹੋਰ ਐਵੇਂ ਥੋੜ੍ਹਾ ਬਣਾਈ ਹੈ ਵੀ ਇੱਥੇ ਜਿਹੜੀ ਹੈਗੀ ਟੋਕ ਟਕਾਈ ਪੜਚੋਲ ਉਹ ਹੁੰਦੀ ਰਹਿਣੀ ਚਾਹੀਦੀ ਹੈ, ਤਾਂ ਕਿ ਤੁਹਾਨੂੰ ਮੌਕਾ ਮਿਲੇ, ਤੁਸੀਂ ਠੀਕ ਚੱਲ ਸਕੋ। ਸੋ ਜਦੋਂ ਵਿਰੋਧ ਨੂੰ ਕੁਚਲਣ ਦੀ ਰੁਚੀ ਆਉਂਦੀ ਹੈ, ਤਾਨਾਸ਼ਾਹ ਇੱਕ ਅਥੋਰਿਟੇਰੀਅਨਿਜ਼ਮ, ਅਤੇ ਇਹਦੇ ਵਿੱਚੋਂ ਫਿਰ ਉਹ ਫਾਸਿਜ਼ਮ ਹੀ ਨਿਕਲਦਾ ਵੀ ਤੁਸੀਂ ਬਿਲਕੁਲ ਹਰ ਕਿਸਮ ਦਾ ਵਿਰੋਧ ਕੁਚਲਦੇ ਹੋ। ਉਹ ਕਰਤਾ ਇਹਨਾਂ ਨੇ, ਚਲੋ ਜੀ, ਉਹ ਕਰਕੇ ਫਿਰ ਇਹਨਾਂ ਨੇ ਖੁੱਲ੍ਹੀਆਂ ਖੇਡਾਂ ਖੇਡੀਆਂ। ਉਹਦੇ 'ਚ ਜਿਹੜਾ ਪਹਿਲਾ ਸਟੈਪ ਚੁੱਕਿਆ 1995, ਜਦੋਂ ਇਹਨਾਂ ਨੇ 75 ਸਾਲਾ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ, ਮੋਗੇ ਕਾਨਫਰੰਸ ਕੀਤੀ, ਉੱਥੇ ਇਹਨਾਂ ਨੇ ਪਾਰਟੀ ਦਾ ਪ੍ਰੋਗਰਾਮ ਬਦਲਤਾ। ਸੋ ਪਾਰਟੀ ਬਣੀ ਸੀ ਪੰਥਕ ਹਿੱਤਾਂ ਦੀ ਰਾਖੀ ਵਾਸਤੇ, ਉਹਦੇ ਵਿੱਚ ਹੀ ਪੰਜਾਬ ਦੇ ਹਿੱਤ ਸ਼ਾਮਲ ਸੀ। ਇਹ ਕੋਈ ਦੋ ਗੱਲਾਂ ਨਹੀਂ ਸੀ, ਪੰਥ ਕੁਛ ਹੋਰ ਅਤੇ ਪੰਜਾਬ ਦਾ ਹੋਰ, ਜਾਂ ਇਹ ਜਾਂ ਉਹ, ਇਹ ਗੱਲ ਹੀ ਨਹੀਂ ਸੀ। ਪੰਥ ਦੀ ਮਤਲਬ ਜਿਹੜੀ ਗੁਰੂਆਂ ਦੀ ਵਿਚਾਰਧਾਰਾ, ਮਤਲਬ ਉਹ ਤਾਂ ਕੋਈ ਤੰਗ ਨਜ਼ਰ ਤਾਂ ਉਹ ਹੈ ਹੀ ਨਹੀਂ ਵੀ ਇਸ ਤਾਂ ਸਿਰਫ ਆਪਦੇ ਵਾਸਤੇ ਦੇਖਣਾ ਹੈ। ਸੋ ਉਹ ਫਿਰ ਇਹਨਾਂ ਨੇ ਕੀ ਕੀਤਾ ਵੀ ਉਹਨੂੰ ਇੱਕ ਪੰਜਾਬੀ ਪਾਰਟੀ, ਵੀ ਹੁਣ ਅਸੀਂ ਇਕੱਲੇ ਪੰਥ ਦੇ ਨੁਮਾਇੰਦੇ ਨਹੀਂ, ਹੁਣ ਅਸੀਂ ਪੰਜਾਬੀਆਂ ਦੇ ਨੁਮਾਇੰਦੇ ਹਾਂ। ਹਾਲਾਂਕਿ ਪੰਥ ਦੇ ਨੁਮਾਇੰਦੇ ਹੋਣਾ ਹੀ ਮਾਨਵਤਾ ਦਾ ਹੀ ਨੁਮਾਇੰਦਾ ਹੈ, ਇਕੱਲੇ ਪੰਜਾਬ ਦਾ ਵੀ ਨਹੀਂ। ਸੋ ਉਹਨੂੰ ਸੰਗੇੜ ਲਿਆ ਇਹਨਾਂ ਨੇ, ਜਿਹੜੀਆਂ ਦੂਜੀਆਂ ਪਾਰਟੀਆਂ ਜਿਵੇਂ ਰੀਜਨਲ ਬਣਦੀਆਂ ਨੇ ਉੱਥੋਂ ਤੱਕ। ਉਹਦੇ ਵਿੱਚ ਇਹ ਬੰਦੇ ਸਾਰੇ ਜਿਹੜੇ ਇਹਦੇ ਐਡਵਾਈਜ਼ਰ, ਸਲਾਹਕਾਰ, ਇਹ ਉਹਨਾਂ ਦੀ ਸਾਰੀ ਮੱਤ ਦਿੱਤੀ, ਉਹਨਾਂ ਨੇ ਸਪੋਰਟ ਕੀਤੀ, ਗੱਜ ਵੱਜ ਕੇ ਕਾਨਫਰੰਸ ਕੀਤੀ। ਇੱਕ ਕਿਤਾਬ ਲਿਖਾਈ ਗਈ ਅਕਾਲੀ ਦਲ ਦਾ ਇਤਿਹਾਸ ਉਸੇ ਨੁਕਤਾ ਨਜ਼ਰ ਤੋਂ, ਉਹ ਲਿਖਾਈ ਜਿਹੜਾ ਡਾਕਟਰ JS ਗਰੇਵਾਲ, ਜਗਤਾਰ ਸਿੰਘ ਗਰੇਵਾਲ, ਬਹੁਤ ਰਿਨਾਊਂਡ ਹਿਸਟੋਰੀਅਨ, ਉਹਦੇ ਕੋਲੋਂ ਲਿਖਾਈ। ਮਤਲਬ ਇਹਨਾਂ ਨੇ ਫਿਰ ਪੂਰਾ ਝੋਕਤਾ ਇਸ ਗੱਲ ਦੇ ਉੱਤੇ। ਉਹ ਤੋਂ ਬਾਅਦ ਫਿਰ ਚੱਲੇ ਇਹ। ਉਹਦੇ 'ਚ ਮੈਂ ਤੁਹਾਨੂੰ ਜੇ 3-4 ਗੱਲਾਂ ਇਹਨਾਂ ਦੀਆਂ ਦੱਸੀਏ। ਇੱਕ ਤਾਂ ਇਹ ਸੀ ਵੀ ਆਪਾਂ ਜਿਹੜੇ ਪੰਥਕ ਮੁੱਦੇ ਆ, ਜਿਹੜੇ ਇਮੋਸ਼ਨਲ ਆ, ਜਿੱਥੋਂ ਜਾ ਕੇ ਗੜਬੜ ਹੋ ਜਾਂਦੀ ਹੈ, ਸਾਨੂੰ ਟਕਰਾਅ 'ਚ ਆਉਣਾ ਪੈਂਦਾ ਸੈਂਟਰ ਨਾਲ, ਉਹ ਆਪਾਂ ਚੁੱਕਣੇ ਨਹੀਂ, ਉਹਨਾਂ ਨੂੰ ਕਰ ਦਿਓ ਸਾਈਡ ਲਾਈਨ। ਅਸੀਂ ਇੱਕ ਰੀਜਨਲ ਪਾਰਟੀ ਇਹੀ ਜੀ ਜਿਹੜੀ ਮੇਨਲੀ ਇਕਨੋਮਿਕ, ਆਰਥਿਕ ਮੁੱਦਿਆਂ 'ਤੇ ਵੱਧ ਅਧਿਕਾਰਾਂ ਦੀ ਮੰਗ ਕਰੂਗੀ। ਇੱਕ ਤਾਂ ਇਹਨਾਂ ਨੇ ਇਹ ਕਰ ਲਿਆ ਵੀ ਪੰਥਕ ਮੰਗਾਂ 'ਤੇ ਕੋਈ ਬਾਹਲਾ ਜ਼ੋਰ ਨਾ ਦਿਓ, ਉਹ ਤੋਂ ਟਾਲਾ ਵੱਟੋ, ਸਕਿੱਪ ਕਰੋ, ਹੈ ਨਾ, ਬਾਈਪਾਸ ਕਰੋ, ਜਿਵੇਂ ਵੀ ਹੈ।
ਦੂਜੀ ਗੱਲ ਫਿਰ ਇਹ ਸੀ ਵੀ ਸੈਂਟਰ ਦੇ ਨਾਲ ਜੇ ਤੁਹਾਡਾ ਕੋਈ ਉੱਪਰ ਅਲਾਈ ਨਹੀਂ, ਇਹ ਸਾਰੀਆਂ ਰੀਜਨਲ ਪਾਰਟੀਆਂ ਦੀ ਇਹ ਤਾਮਲ 'ਚ ਹੀ ਚੱਲਦਾ ਹੈ ਵੀ ਉਹ ਜਿਹੜੀ ਵੀ ਸੈਂਟਰ ਦੇ ਵਿੱਚ ਸੱਤਾ 'ਚ ਹੈ, DMK ਹੈ, ਨਾ DMK ਹੈ ਜਾਂ ਹੋਰ ਹੈ, ਉਹ ਮਤਲਬ ਉਹਦੇ ਨਾਲ ਰਲ ਕੇ ਅੱਜ ਉਹ ਇਹਦੇ ਨਾਲ, ਕੱਲ੍ਹ ਨੂੰ ਕਿਸੇ ਹੋਰ ਨਾਲ ਹੋ ਜਾਣਗੇ। ਉਹ ਮਾਡਲ ਇਹਨਾਂ ਨੂੰ ਠੀਕ ਲੱਗਿਆ, ਪਰ ਇਹਨਾਂ ਦੀ ਇੱਕ ਪ੍ਰੋਬਲਮ ਆ ਗਈ ਕਿ ਕਾਂਗਰਸ ਨਾਲ ਰਲਣਾ ਇਹਨਾਂ ਨੂੰ ਔਖਾ ਸੀ, ਕਿਉਂਕਿ ਐਂਟੀ ਕਾਂਗਰਸ ਸੈਂਟੀਮੈਂਟ 'ਤੇ ਇਹ ਪਾਰਟੀ ਸਰਵਾਈਵ ਕਰ ਰਹੀ ਸੀ। ਅਕਾਲ ਤਖਤ ਸਾਹਿਬ 'ਤੇ ਹਮਲਾ ਹੈ ਨਾ, ਦਰਬਾਰ ਸਾਹਿਬ 'ਤੇ ਜੋ ਸ਼ਹੀਦੀਆਂ, ਜੋ ਜ਼ੁਲਮ, ਜੋ ਸਾਰਾ ਇਤਿਹਾਸ ਪੰਜਾਬੀ ਸੂਬੇ ਦਾ, ਉਹ ਸਾਰਾ ਕੁਛ ਕਾਂਗਰਸ ਦੇ ਖਿਲਾਫ ਸੀ। ਸੋ ਇਹਨਾਂ ਤਾਂ ਇੱਕੋ ਹੀ ਆਪਸ਼ਨ ਲੈ ਗਈ BJP ਦੀ। ਸੋ ਆਪਾਂ ਬਹੁਤਾ ਵਿਸਥਾਰ 'ਚ ਨਾ ਜਾਈਏ, ਗੱਲ ਸਿੱਧੀ ਆਈ BJP ਦੀ ਝੋਲੀ 'ਚ ਟੁੱਟ ਪੈ ਗਈ। ਅਤੇ ਬਾਦਲ ਨੂੰ ਇਹ 'ਚ ਕੋਈ ਤਕਲੀਫ ਨਹੀਂ, ਕਿ ਬੰਦਿਆਂ ਨੂੰ ਮਾਨਸਿਕ ਤੌਰ 'ਤੇ ਤਕਲੀਫ ਹੁੰਦੀ ਹੈ ਨਾ, ਉਹਦੀ ਕੁਛ ਬਣਤਰ ਇਸ ਤਰ੍ਹਾਂ ਦੀ ਹੈ, ਅਤੇ ਉਸ ਕਰਕੇ ਉਹ ਫਿਰ ਉਸ ਤਰ੍ਹਾਂ ਚੱਲੇ। ਉਹਦੇ 'ਚੋਂ ਫਿਰ ਇਹਨਾਂ ਨੇ ਬੱਜਰ ਗਲਤੀਆਂ ਕੀਤੀਆਂ ਜਿਹੜੀਆਂ ਅਲਟੀਮੇਟਲੀ ਗੁਨਾਹ ਬਣ ਗਈਆਂ। ਹਰ ਗਲਤੀ ਗੁਨਾਹ ਨਹੀਂ ਬਣਦੀ ਹੁੰਦੀ। ਸੋ ਕੁਛ ਗਲਤੀਆਂ ਗੁਨਾਹ ਬਣ ਜਾਂਦੀਆਂ, ਗੁਨਾਹ ਬਖਸ਼ੇ ਨਹੀਂ ਜਾਂਦੇ, ਗਲਤੀਆਂ ਬਖਸ਼ੀਆਂ ਜਾਂਦੀਆਂ। ਗੁਨਾਹਾਂ ਦੀ ਤਾਂ ਮਾਫੀ ਵੀ ਨਹੀਂ ਮੰਗੀ ਜਾ ਸਕਦੀ, ਔਖਾ ਹੁੰਦਾ ਹੈ, ਕੌਣ ਬਖਸ਼ੂਗਾ। ਸੋ ਉਹ ਗੁਨਾਹ ਜਿਹੜੇ ਇਹਨਾਂ ਨੇ ਕੀਤੇ ਵੀ ਸਿਰਫ ਇਹ ਹੈ ਵੀ ਸਾਡਾ ਇੱਕ ਲੰਮਾ ਚਿਰ ਰਾਜ ਰਹੇ। ਜਿਹੜਾ ਸੁਖਬੀਰ ਸਿੰਘ ਬਾਦਲ ਉਸ ਤਾਕਤ ਦੇ ਨਸ਼ੇ 'ਚ ਦਮ ਗਜੇ ਮਾਰ ਰਿਹਾ ਸੀ ਵੀ ਅਸੀਂ 25 ਸਾਲ ਰਾਜ ਕਰਨਾ, ਅਸੀਂ 50 ਸਾਲ ਰਾਜ ਕਰਨਾ, ਵੀ ਇਹ ਕਿੱਡੀ ਕੁ ਪ੍ਰਾਪਤੀ ਹੈ, ਅਸੀਂ ਇੰਨੇ ਸਾਲ ਰਾਜ ਕਰਨਾ। ਬੜੇ ਆਏ ਸਲਤਨਤਾਂ ਹੈ ਨਾ, ਬੜੀਆਂ ਢਹਿ ਢੇਰੀ ਹੋਈਆਂ। ਤੁਸੀਂ ਤਾਂ ਪੰਥ ਨੂੰ ਸਮਰਪਿਤ ਪਾਰਟੀ ਸੀ, ਅਤੇ ਗੱਲ ਤਾਂ ਉਹ ਸੀ ਵੀ ਉਹ ਸਮਰਪਣ ਹੈ ਕਿ ਨਹੀਂ ਭਾਵਨਾ। ਸੋ ਉਹਦੇ 'ਚ ਫਿਰ ਇਹਨਾਂ ਨੇ ਜਿਹੜੇ ਬੱਜਰ ਗੁਨਾਹ ਹੋਏ ਇਹਨਾਂ ਕੋਲੋਂ, ਇੱਕ ਤਾਂ ਇਹ ਕਿ ਪੰਥ ਦੇ ਇੰਨੇ ਮੁੱਦੇ ਉੱਭਰੇ। ਮੇਨਲੀ ਇਹ ਸੀ ਕਿ ਜੋ ਸਾਰਾ ਸਿੱਖ ਸੰਘਰਸ਼ ਹੈ, ਦਰਬਾਰ ਸਾਹਿਬ 'ਤੇ ਹਮਲੇ ਤੱਕ ਅਤੇ ਉਦੋਂ ਬਾਅਦ ਖਾੜਕੂ ਲਹਿਰ ਦਾ ਜੋ ਜ਼ੁਲਮ ਹੋਏ ਸੀ, ਪੰਥ ਦੀ ਸਾਰੀ ਜਿਹੜੀ ਮੰਗ ਸੀ, ਇੱਕ ਉਮੰਗ ਸੀ ਦਿਲ 'ਚ ਪਈ, ਉਹ ਗੁੱਸਾ ਉਹ ਸੀ, ਰੋਹ ਸੀ ਕੌਮ 'ਚ ਵੀ ਸਾਨੂੰ ਉਹਦਾ ਕੋਈ ਇਨਸਾਫ ਮਿਲੇ ਜਿੰਨਾ ਕਿ ਇਸ ਢਾਂਚੇ 'ਚ ਮਿਲ ਸਕਦਾ ਹੈ। ਸੋ ਬਾਦਲ ਦਾ ਜਿਹੜਾ ਐਡਾ ਪਾਵਰਫੁਲ ਬਣ ਕੇ ਜਿੱਤ ਕੇ ਆਉਣਾ, ਉਦੋਂ ਨੇ ਨਾਅਰਾ ਇਹ ਦਿੱਤਾ ਸੀ ਵੀ ਅਸੀਂ ਉਹਨਾਂ ਕਾਤਲਾਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦੇਵਾਂਗੇ। ਇੱਕ ਤਾਂ ਇਹਨੇ ਨਾ ਮਤਲਬ ਬਹੁਤ ਬੇਈਮਾਨੀ ਦੀ ਲੈਵਲ 'ਤੇ ਇਹ ਕੀਤਾ ਕਿ ਉਹ ਕਾਤਲਾਂ ਨੂੰ ਸਜ਼ਾਵਾਂ ਤਾਂ ਕੀ ਦੇਣੀਆਂ ਸੀ, ਉਹਨਾਂ ਨੂੰ ਸਨਮਾਨਿਆ, ਨਵਾਜਿਆ, ਤਰੱਕੀਆਂ ਹੋਈਆਂ, ਰੁਤਬੇ ਦਿੱਤੇ, ਇਨਾਮ ਸਨਮਾਨ ਸਭ ਕੁਛ ਦਿੱਤਾ, ਅਤੇ ਕੋਰਟਾਂ ਦੇ ਵਿੱਚ ਠੋਕ ਵਜਾ ਕੇ ਉਹਨਾਂ ਦੀ ਹਮਾਇਤ ਕੀਤੀ। ਇਹ ਗਲਤੀ ਨਹੀਂ, ਇਹ ਕੌਮ ਨਾਲ ਗਦਾਰੀ, ਬੜਾ ਫਰਕ ਹੈ। ਅਤੇ ਗਦਾਰੀ ਦੀ ਤਾਂ ਤੁਸੀਂ ਕਿਤੇ ਮਾਫੀ ਨਹੀਂ ਨਾ ਮੰਗ ਸਕਦੇ, ਮੈਥੋਂ ਗਦਾਰੀ ਜੀ ਹੋ ਗਈ, ਉਹੀ ਤਾਂ ਸਜ਼ਾ ਹੀ ਮਿਲੂ ਵੀ ਕੌਮ। ਤੁਸੀਂ ਤਾਂ ਸਭ ਮੰਗ ਸਕਦੇ ਹੋ ਵੀ ਕੌਮ ਮੈਨੂੰ ਜੋ ਸਜ਼ਾ ਦਿਓ ਜੇ ਸੁਹਿਰਦੋਂ, ਉੱਥੇ ਮਾਫੀ ਨਹੀਂ, ਮਤਲਬ ਵੀ ਤੁਸੀਂ ਵੀ ਮੈਥੋਂ ਹੋ ਗਈਆਂ ਜੀ, ਕੋਈ ਨਹੀਂ ਹੁਣ ਆਪਾਂ ਗਾਹਾਂ ਤੋਂ ਖਿਆਲ ਰੱਖਾਂਗੇ। ਇੱਕ ਤਾਂ ਇਹਨੇ ਇਹ ਜਿਹੜਾ ਬਹੁਤ ਵੱਡਾ ਗੁਨਾਹ ਕੀਤਾ, ਉਸ 'ਤੇ ਕੌਮ ਦੇ ਵਿੱਚ ਇੱਕ ਰੋਹ ਫੈਲ ਰਿਹਾ ਸੀ। ਦੂਜਾ, ਇਹਨਾਂ ਨੇ ਲੁੱਟ ਜਿਸ ਤਰ੍ਹਾਂ ਦੀ ਮਚਾਈ, ਕਦੇ ਅਕਾਲੀ ਕੋਈ ਆਗੂ ਇਸ ਤਰ੍ਹਾਂ ਦਾ ਇੰਨਾ ਹਵਸ਼ ਜਿਹੜੀ ਹੈ ਲਾਲਸਾ ਪੈਸੇ ਦੀ, ਇਸ ਹੱਦ ਤੱਕ ਸਭ ਕੁਛ ਕਰਪਟ ਕਰ ਦੇਣਾ, SGPC ਤੋਂ ਲੈ ਕੇ ਮਤਲਬ ਪੰਥ ਦਾ ਕੋਈ ਵੀ ਇੰਸਟੀਚਿਊਸ਼ਨ ਪਵਿੱਤਰ ਰਹਿਣ ਹੀ ਨਾ ਦੇਣਾ। ਸੋ ਜਿਹੜੇ ਬੰਦੇ ਪੰਥ ਦੇ ਜਾਂ ਕਿਸੇ ਵੀ ਕੌਮ ਦੇ ਇੰਸਟੀਚਿਊਸ਼ਨਸ ਨੂੰ, ਸੰਸਥਾਵਾਂ ਨੂੰ ਤਬਾਹ ਕਰਦੇ, ਉਹ ਵੀ ਗਲਤੀ ਨਹੀਂ, ਉਹ ਵੀ ਗੁਨਾਹ ਹੈ। ਸੋ ਮੈਂ ਜਿਹੜੀ ਗਲਤ ਹੈ ਨਾ ਵੀ ਇੱਥੇ ਪ੍ਰੋਬਲਮ ਹੁਣ ਕਿੱਥੇ ਖੜੀ ਆ ਕੇ, ਗਲਤੀਆਂ ਹੁੰਦੀਆਂ ਤਾਂ ਗੱਲ ਸੰਭਲ ਸਕਦੀ ਸੀ। ਸੋ ਇਹਨਾਂ ਨੇ ਉਹ ਕੀਤੇ ਆ ਗੁਨਾਹ। ਉਹ ਕਾਤਲਾਂ ਨਾਲ ਜਿਸ ਕਿਸਮ ਦੀ ਪੁਸ਼ਤ ਪਨਾਹੀ ਕੀਤੀ, ਲੋਕਾਂ ਦੀਆਂ ਭਾਵਨਾਵਾਂ ਦਾ ਬਿਲਕੁਲ ਖਿਆਲ ਨਾ ਰੱਖਿਆ। ਇੱਕ ਨਸ਼ਾ ਤਾਕਤ ਦਾ ਅਤੇ ਪੈਸੇ ਦੀ ਹਵਸ਼ ਹੈ, ਲਾਲਸਾ ਹੈ,
ਉਹੋ ਜਿਹੇ ਬੰਦੇ ਫਿਰ ਨਾਲ ਜੁੜਨੇ ਸ਼ੁਰੂ ਹੋ ਗਏ, ਜਿਹਦੇ 'ਚੋਂ ਅਕਾਲੀ ਦਲ ਦਾ ਕਰੈਕਟਰ ਹੀ ਬਦਲ ਗਿਆ, ਖਾਸਾ ਹੀ ਬਦਲ ਗਿਆ, ਉਹਦਾ ਕੰਮਕਾਰ ਦੇ ਤਰੀਕੇ ਹੀ ਬਦਲ ਗਏ। ਉੱਥੇ ਤਾਂ ਫਿਰ ਇਹ ਹੈ ਵੀ ਉਹ ਇੱਕ ਪਰਸਨ ਸੈਂਟਰਿਕ, ਕਦੇ ਵੀ ਅਕਾਲੀ ਦਲ ਐਂ ਬਣਿਆ ਨਹੀਂ ਸੀ। ਪੰਥ ਦੇ ਬੜੇ ਵੱਡੇ ਆਗੂ ਰਹੇ ਨੇ, ਪਰ ਉਹ ਸੰਗਤ ਅੱਗੇ ਜਵਾਬਦੇ ਹੁੰਦੇ ਸੀ। ਇੱਥੇ ਸੰਗਤ ਤਾਂ ਟਿੱਚ ਸਮਝਦੇ ਸੀ, ਸੰਗਤ ਕਿਹੜੀ, ਇਹ ਤਾਂ ਕੁਛ ਵੀ ਨਹੀਂ, ਸੰਗਤ ਕੀ ਹੈ। ਸੋ ਉਸ ਤਰ੍ਹਾਂ ਦਾ ਫਿਰ ਇਹਨਾਂ ਨੇ ਇੱਕ ਜਿਹੜੀ ਲੁੱਟ ਮਚਾਈ ਜਿਸ ਲੈਵਲ 'ਤੇ ਜਾ ਕੇ, ਉਹ ਚੌਟਾਲਿਆਂ ਨੇ ਪਹਿਲਾਂ ਇੱਕ ਲੀਹ ਪਾਤੀ ਸੀ ਹਰਿਆਣੇ 'ਚ, ਇਹ ਉਦੋਂ ਵੀ ਗਾਹਾਂ ਵਧੇ ਨੇ ਜਾ ਕੇ। ਇਹ ਵੀ ਸਾਡੀਆਂ ਜਿਹੜੀਆਂ ਹੈਗੀਆਂ ਰਵਾਇਤੀ ਕਦਰਾਂ ਕੀਮਤਾਂ, ਉਹਦੇ 'ਚ ਇਹ ਇੰਨੀ ਪ੍ਰਵਾਨਤ ਨਹੀਂ ਵੀ ਤੁਸੀਂ ਆਪਦੀ ਕੌਮ ਦੇ ਹਿੱਤਾਂ ਨਾਲ ਧਰੋ ਕਮਾ ਕੇ ਆਪਦਾ ਘਰ ਭਰਨਾ ਸ਼ੁਰੂ ਕਰ ਦਿਓ। ਇਹ ਵੀ ਇੱਕ ਸੈਂਟੀਮੈਂਟ ਪਿਆ ਸੀ। ਫਿਰ ਜਿਸ ਕਿਸਮ ਦਾ ਪਰਿਵਾਰਕ ਜਕੜ ਬਣਾਈ, ਸਾਰੀ ਤੁਸੀਂ ਕੈਬਨਿਟ ਦੇਖੋ ਕਿਵੇਂ ਬਣਾਉਂਦੇ ਸੀਗੇ, ਉਹ ਪਰਿਵਾਰ ਦੇ ਵਿੱਚੋਂ ਹੀ ਹੁੰਦੀ ਸੀ ਅੰਗਲੀਆਂ ਸੰਗਲੀਆਂ। ਉਸ ਦੇ ਖਿਲਾਫ ਵੀ ਸੈਂਟੀਮੈਂਟ ਸੀ। ਫਿਰ ਜਿੱਥੇ ਜਾ ਕੇ ਕਸਰ ਪੂਰੀ ਹੋਣੀ ਸੀ, ਜਿਵੇਂ ਜਿਹਦੇ ਕਹਿ ਲਓ ਵੀ ਕਿ ਜਿੱਥੇ ਜਾ ਕੇ ਮੌਤ ਹੋਣੀ ਸੀ, ਉਹ ਜਿੱਥੇ ਇਹਨਾਂ ਨੇ ਗੁਰੂ ਵੀ ਨਾ ਬਖਸ਼ਿਆ, ਜਿਹੜਾ ਬੇਅਦਬੀ ਦਾ ਮਾਮਲਾ। ਹੁਣ ਮਤਲਬ ਬਣ ਤਾਂ ਇਹ ਗਿਆ ਕਿ ਇਹਨਾਂ ਨੇ ਕਰਵਾਈ, ਆਪਾਂ ਟੈਕਨੀਕਲੀ ਇਹਦੇ ਵਿੱਚ ਨਾ ਜਾਈਏ, ਇੱਕ ਹਿਸਾਬ ਨਾਲ ਕਰਵਾਈ ਹੈ। ਉਹਨਾਂ ਤਾਕਤਾਂ ਨੂੰ ਜਿੰਨੀ ਸ਼ਹਿ ਦਿੱਤੀ ਸਿਰਫ ਵੋਟਾਂ ਵਾਸਤੇ। ਮਤਲਬ ਇੱਕ ਤਾਂ ਜਿਹੜਾ ਸਿਰਸੇ ਵਾਲਾ ਡੇਰਾ, ਉਹਦੇ ਨਾਲ ਕੋਈ ਲੋਕਮਾਨ ਨਹੀਂ ਸੀ ਇਹਨਾਂ ਦਾ, ਉਹਦੇ ਨਾਲ ਜਿਸ ਤਰ੍ਹਾਂ ਇਹਨਾਂ ਨੇ ਵਰਤੇ ਨਾ, ਉਹਦੇ 'ਚੋਂ ਉਹਨੂੰ ਤਾਕਤ ਮਿਲੀ। ਦੂਜੀ ਗੱਲ ਰਮਨੀਕ ਸਿੰਘ ਜਿਹੜੀ ਸਮਝਣ ਵਾਲੀ ਹੈ, ਉਹ ਹੈ ਕਿ ਜਿਹੜੀ ਸੈਂਟਰ ਗੌਰਮੈਂਟ ਹੈ, ਭਾਵੇਂ ਉਹ ਕਾਂਗਰਸ ਸੀ ਜਾਂ BJP ਹੈ, ਭਾਵੇਂ ਉਹ ਆਈ ਕੇ ਗੁਜਰਾਲ ਸੀ, ਕੋਈ ਹੋਵੇ, ਭਾਵੇਂ ਚੰਦਰ ਸ਼ੇਖਰ ਵੀ ਹੋਵੇ, ਜਿਹੜੀ ਸਟੇਟ ਜਿਹਨੂੰ ਅਸੀਂ ਕਹਿੰਦੇ ਆ ਨਾ, ਸਟੇਟ ਕੋਈ ਚੁਣੇ ਹੋਏ ਨੁਮਾਇੰਦੇ ਨਹੀਂ, ਸਟੇਟ ਪ੍ਰਾਈਮ ਮਿਨਿਸਟਰ ਨਹੀਂ, ਸਟੇਟ ਪਿੱਛੇ ਬੈਠਾ ਇੱਕ ਢਾਂਚਾ ਹੈ ਜਿਹੜਾ ਸਥਾਈ ਹੈ। IAS ਅਫਸਰਾਂ ਦੀ ਕੋਈ ਮਿਆਦ ਨਹੀਂ ਹੁੰਦੀ, ਉਹਦਾ ਤਾਂ ਇੱਕ ਉਮਰ ਦੀ ਹੈ ਬਸ, ਉਹਨਾਂ ਨੇ ਰਿਟਾਇਰ ਹੀ ਹੋਣਾ, ਉਹ ਹਾਰਨਗੇ ਨਹੀਂ ਵੀ ਹੁਣ ਉਹ ਚੋਣਾਂ 'ਚ ਹਾਰ ਗਏ ਹੈ ਨਾ, ਉਹ ਪੱਕੇ ਹੈ। ਅਤੇ ਉਹ ਇੱਕ ਲਗਾਤਾਰਤਾ ਹੈ। ਉਹਨਾਂ ਨੇ ਇੱਕ ਲਾਈਨ ਸੈੱਟ ਕਰਤੀ, ਸੇਧ ਸੈੱਟ ਕਰਤੀ ਵੀ ਸਾਡੀ ਸਟੇਟ ਜਿਹੜੀ ਇੰਡੀਅਨ ਸਟੇਟ ਹੈ, ਉਹ ਇਹਨਾਂ ਲੀਹਾਂ 'ਤੇ ਚੱਲੂ। ਉਹਨਾਂ ਲੀਹਾਂ ਦੇ ਵਿੱਚ ਜਿਹੜਾ ਸਿੱਖ ਕੌਮ ਪ੍ਰਤੀ ਇੱਕ ਦੁਸ਼ਮਣੀ ਦੀ ਭਾਵਨਾ, ਵੀ ਇਹਨਾਂ ਨੂੰ ਤਕੜੇ ਨਹੀਂ ਹੋਣ ਦੇਣਾ, ਨਾ ਆਰਥਿਕ ਤੌਰ 'ਤੇ, ਨਾ ਰਾਜਸੀ ਤੌਰ 'ਤੇ, ਨਾ ਧਾਰਮਿਕ ਤੌਰ 'ਤੇ, ਨਾ ਸਮਾਜਿਕ ਤੌਰ 'ਤੇ, ਇੱਕ ਤਬਾਹ ਕਰਨਾ, ਕਮਜ਼ੋਰ ਕਰਨਾ, ਤਾਂ ਕਿ ਇਹ ਸਾਨੂੰ ਕੋਈ ਚੁਣੌਤੀ ਨਾ ਖੜੀ ਕਰ ਸਕਣ। ਇਹ ਮੁੱਢ ਤੋਂ ਹੈ। ਇਹ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਕਾਫੀ ਹੋਰਾਂ ਨੇ ਵੀ ਲਿਖਿਆ, ਇਹਦੇ ਬਾਰੇ ਹੁਣ ਕੋਈ ਰੌਲਾ ਨਹੀਂ ਆਪਣੇ, ਹੈ ਨਾ। ਇਹਨਾਂ ਨੇ ਫਿਰ ਉਹਦੇ ਨਾਲ, ਉਹਦੇ ਪ੍ਰਤੀ ਇੱਕ ਤਾਂ ਹੁੰਦਾ ਨਾ ਵੀ ਤੁਹਾਨੂੰ ਪਤਾ ਹੈ ਦੁਸ਼ਮਣ ਐਂ ਕਰ ਰਿਹਾ ਹੈ, ਤੁਸੀਂ ਕੌਮ ਨੂੰ ਜਾਗਰੂਕ ਕਰੋ, ਜਿੰਨਾ ਕੁ ਵਿਰੋਧ ਕਰ ਸਕਦੇ ਹੋ ਕਰੋ। ਤਾਂ ਬਿਲਕੁਲ ਲਿਖ ਗਏ ਕਿ ਸਾਨੂੰ ਆਪਦੀ ਗੱਦੀ ਚਾਹੀਦੀ ਹੈ, ਸਾਡੇ ਰੁਤਬੇ ਕਾਇਮ ਰਹਿਣ, ਜੋ ਮਰਜ਼ੀ ਸਾਥੋਂ ਕਰਵਾ ਲਓ, ਅੱਖਾਂ ਬੰਦ ਕਰ ਲਈਆਂ। ਸੋ ਬੇਅਦਬੀ ਨਾ ਕਰਵਾਈ ਹੋਵੇ ਇਹਨਾਂ ਨੇ, ਵੀ ਜਾ ਕੇ ਇਹਨਾਂ ਨੇ ਬੰਦਿਆਂ ਨੂੰ ਕਿਹਾ ਹੋਵੇ ਤੁਸੀਂ ਹੁਣ ਐਂ ਕਰੋ, ਪਰ ਜਦੋਂ ਹੋ ਗਈ ਗੱਲ, ਜਿੱਥੋਂ ਤੱਕ ਪਹੁੰਚੀ, ਉਹਦੇ 'ਚ ਵੀ ਇਹਨਾਂ ਦਾ ਰੋਲ ਹੈ, ਕਿਉਂਕਿ ਉਹਨਾਂ ਨੂੰ ਇੱਕ ਸ਼ਹਿ ਦਿੱਤੀ ਹੈ, ਸਿਰ ਚੜਾਇਆ ਕਹਿ ਲਏ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਾਂ। ਮੁੜ ਕੇ ਫਿਰ ਜਦੋਂ ਉਹਦੇ 'ਤੇ ਪੜਤਾਲ ਕਰਨੀ ਸੀਗੀ, ਮਤਲਬ ਕਿੰਨੇ ਪਖੰਡ ਬਣਿਆ, ਹੁਣ ਆਹ ਕਮੇਟੀ ਬਣ ਗਈ, ਹੁਣ ਸਿੱਟ, ਹੁਣ ਆਹ ਕਰੂਗੀ ਇਨਵੈਸਟੀਗੇਸ਼ਨ। ਉਹ ਜਦੋਂ ਇਨਵੈਸਟੀਗੇਸ਼ਨ ਪਹੁੰਚਦੀ ਸੀ, ਮੌੜ ਵਾਲਾ ਬਲਾਸਟ ਤਾਂ ਮਤਲਬ ਇੱਕ ਕਲਾਸੀਕਲ ਕੇਸ ਹੈ। ਉਹ ਤਾਂ ਹੁਣ ਉਹ ਖੱਟੜੇ ਉਰੀਆਂ ਆਪ ਕਹਿ ਰਹੇ ਨੇ, ਜਿਹੜੇ ਉਹਦੇ ਮੁਖੀ ਸੀਗੇ ਸਿੱਟ ਦੇ, ਵੀ ਉਹ ਪੈੜ ਭਾਈ ਸਿਰਸੇ ਦੇ ਡੇਰੇ ਤੱਕ ਜਾਂਦੀ ਹੈ। ਬਸ ਜਦੋਂ ਉੱਥੇ ਆਉਂਦੀ ਸੀ ਗੱਲ, ਉਹਨਾਂ ਨੇ ਤਾਂ ਇੱਕ ਵਾਰ ਉਹ ਪ੍ਰੋਗਰਾਮ ਬਣਾ ਲਿਆ ਸੀ ਵੀ ਆਪਾਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿਣੀ ਹੈ। ਇੱਕਦਮ ਠੱਪ ਹੋ ਗਈ ਸਾਰੀ ਇਨਵੈਸਟੀਗੇਸ਼ਨ, ਅਤੇ ਵੀ ਇਹ ਗੱਲ ਨਹੀਂ ਕਰਨੀ। ਹੁਣ ਇਹ ਨਹੀਂ ਵੀ ਇਹ ਬਾਦਲ ਨੇ ਕਹਿਤਾ, ਇਹ ਸੈਂਟਰ ਦਾ ਸੀ, ਪਰ ਬਾਦਲ ਇਹ 'ਤੇ ਚੁੱਪ ਕਰਿਆ।
ਸੋ ਇਹਨੂੰ ਆਪਾਂ ਕਹ ਲਈਏ ਕੰਪਲਿਸਿਟੀ, ਪ੍ਰੋਪਰ ਸ਼ਬਦ ਇਹ ਹੈ। ਸੈਂਟਰ ਗੁਨਾਹ ਕਰਦਾ ਰਿਹਾ, ਇਹ ਆਪਦੀ ਗਰਜ ਚੋਂ ਉਹ ਤੋਂ ਜਾਂ ਅੱਖਾਂ ਮੀਟ ਲੀਆਂ ਜਾਂ ਵਿੱਚ ਸਹਾਈ ਵੀ ਹੁੰਦੇ ਰਹੇ, ਭਾਈਵਾਲ ਬਣੇ ਰਹੇ। ਫਿਰ ਤੁਸੀਂ ਇਹ ਦੇਖ ਲਓ ਵੀ ਯਾਰ ਜਿਹੜਾ ਉਹਨੂੰ ਜਦੋਂ ਉਹਦੀ ਉਹ ਫਿਲਮ ਆਈ ਸੌਦਾ ਸਾਧ ਦੀ, ਉਹ ਫਿਲਮ ਨੂੰ ਲੋਕ ਨਹੀਂ ਸੀ ਚੱਲਣ ਦੇਣਾ ਚਾਹੁੰਦੇ, ਕਿਉਂਕਿ ਗੁਰੂ ਦੀ ਬੇਅਦਬੀ ਹੋਈ ਹੈ ਜਿਸ ਢੰਗ ਨਾਲ ਹੋਈ ਹੈ ਪੰਜਾਬ ਦੀ ਧਰਤੀ 'ਤੇ, ਤਾਂ ਪਹਿਲੀ ਵਾਰ ਹੈ ਨਾ ਇੱਕ ਚੈਲੰਜ। ਅਤੇ ਉਹ ਫਿਲਮ ਦਾ ਇਹਨਾਂ ਨੇ ਮਤਲਬ ਅਸੀਂ ਚਲਾਵਾਂਗੇ, ਉਹਦਾ ਇਲਾਜ ਇਹ ਸੀ ਵੀ ਅਕਾਲ ਤਖਤ ਵੱਲੋਂ ਇੱਕ ਵਾਰ ਉਹਨੂੰ ਮਾਫੀ ਦਵਾ ਦਿਓ। ਹੁਣ ਸੁਖਬੀਰ ਬਾਦਲ ਲੱਖ ਸਫਾਈਆਂ ਦੇਈ ਜਾਵੇ, ਇਹ ਤੱਥ ਕੀ ਤੋਂ ਭੁੱਲਿਆ ਹੋਇਆ ਵੀ ਗਿਆਨੀ ਗੁਰਬਚਨ ਸਿੰਘ ਦੀ ਕੀ ਮਜਾਲ ਸੀ, ਉਹ ਉਹਨੂੰ ਮਾਫ ਕਰ ਦਿੰਦਾ। ਉਹ ਪੇਸ਼ ਵੀ ਨਹੀਂ ਹੋਇਆ, ਉਹ ਜਿਹੜੀ ਉਹਨੇ ਚਿੱਠੀ ਵੀ ਲਿਖੀ ਉਹ ਵੀ ਮਤਲਬ ਕਿਸੇ ਪੈਡ 'ਤੇ ਨਹੀਂ, ਕੋਈ ਅਫੀਸ਼ੀਅਲ ਨਹੀਂ, ਇਨਫੋਰਮਲ ਜੀ ਹੈ, ਉਹਦੇ 'ਚ ਵੀ ਮੰਨਿਆ ਕੁਛ ਨਹੀਂ। ਸੋ ਉਹ ਮਾਫੀ ਦੇਣੀ ਇਹ ਛੋਟੀ ਗੱਲ ਨਹੀਂ ਸੀ ਵੀ ਐਡੇ ਵੱਡੇ ਗੁਨਾਹਗਾਰ ਨੂੰ ਤੁਹਾਡੇ ਅਕਾਲ ਤਖਤ ਸਾਹਿਬ ਵੱਲੋਂ। ਸੋ ਫਿਰ ਸੰਸਥਾਵਾਂ ਦਾ ਜੋ ਇਹਨੇ ਕਰਤਾ ਨਾ ਇੱਕ, ਤੇ ਕੌਮ 'ਤੇ ਸੰਕਟ ਆਈ ਜਾਂਦਾ, ਅਤੇ ਤੁਸੀਂ ਉਹਦੀਆਂ ਜੜ੍ਹਾਂ ਵੱਢਣ 'ਤੇ ਲੱਗੇ ਪਏ ਹੋ। ਜਿਹੜੇ ਉਹਦੇ ਹਥਿਆਰ ਸੀ ਲੜਨ ਦੇ, ਆਪਦੀਆਂ ਸੰਸਥਾਵਾਂ, ਅਕਾਲੀ ਦਲ, SGPC, ਸ਼੍ਰੀ ਅਕਾਲ ਤਖਤ ਸਾਹਿਬ, ਹੋਰ ਇੰਸਟੀਚਿਊਸ਼ਨ, ਤੁਸੀਂ ਉਹ ਸਾਰੇ ਤਬਾਹ ਕਰ ਰਹੇ ਹੋ। ਸੋ ਇਹ ਇੱਕ ਹਾਲਤ ਸੀ ਜਿਹੜੀ ਕੌਮ ਦੇ ਅੰਦਰ ਲਗਾਤਾਰ ਚੱਲਦਾ ਰਿਹਾ ਸੈਂਟੀਮੈਂਟ, ਅਤੇ ਤਾਕਤ ਦਾ ਅਤੇ ਦੌਲਤ ਦਾ ਨਸ਼ਾ ਅੰਨਾ ਕਰਦਾ ਬੰਦੇ ਨੂੰ। ਸਾਰਾ ਇਤਿਹਾਸ ਪਿਆ, ਹੰਕਾਰ ਆਉਂਦਾ, ਉਹ ਹੰਕਾਰ ਆਇਆ, ਉਹ ਤੋਂ ਇਹ ਮੁੱਕਰ ਨਹੀਂ ਸਕਦੇ। ਉਹਦੇ 'ਚ ਮੇਨ ਗੱਲ ਤਾਂ ਬਾਦਲਾਂ 'ਤੇ ਹੀ ਆਊ, ਕਿਉਂਕਿ ਸਾਰੇ ਕੁਛ ਦੇ ਕੇਂਦਰ ਵਿੱਚ ਤਾਂ ਉਹੀ ਬੈਠੇ ਸੀ ਨਾ, ਉਹਨਾਂ ਨੂੰ ਸਰਬ ਹੋ ਰਿਹਾ ਸੀ। ਪਰ ਇਹ ਗੱਲ ਇਕੱਲੀ ਇੰਨੀ ਨਹੀਂ ਹੁੰਦੀ, ਇਹਦੇ 'ਚ ਗੁਨਾਹਗਾਰ ਦੂਜੇ ਵੀ ਬਣਦੇ ਨੇ, ਜਿਹੜੇ ਜਾਂ ਚੁੱਪ ਰਹੇ ਜਾਂ ਨਾਲ ਚੱਲਦੇ ਰਹੇ। ਜਦੋਂ ਫਿਰ ਜਿਹਨੂੰ ਆਪਦੇ ਕੋਈ ਖਤਰਾ ਜਿਹਾ ਖੜਾ ਹੋਇਆ ਵੀ ਮੇਰੇ ਹਿੱਤਾਂ ਨੂੰ ਹੁਣ ਕੋਈ ਸੱਟ ਵੱਜ ਰਹੀ ਹੈ, ਉਦੋਂ ਉਹ ਉੱਠ ਕੇ ਮਤਲਬ ਝੰਡਾ ਚੁੱਕ ਲਏ ਵੀ ਇਹ ਤਾਂ ਜੀ ਅਕਾਲੀ ਦਲ 'ਤੇ ਪਰਿਵਾਰ ਦਾ ਕਬਜ਼ਾ ਹੋ ਗਿਆ, ਇਹ ਤਾਂ ਜੇ ਕਰਤਾ ਪੱਠਾ ਬਿਠਾਤਾ। ਉਹ ਨਹੀਂ ਲੋਕ, ਉਹ ਯਤਨ ਕੀਤੇ, ਬ੍ਰਹਮਪੁਰੇ ਨੇ ਕੀਤੇ, ਢੀਂਡਸੇ ਨੇ ਕੀਤੇ, ਉਹ ਪਹਿਲਾਂ ਵੀ ਹੁੰਦੇ ਆਏ। ਕਦੇ ਟੌੜੇ ਨੇ, ਕਦੇ ਬਡਾਲੇ ਨੇ, ਕਦੇ ਸੁਖਜਿੰਦਰ ਸਿੰਘ ਨੇ, ਕਦੇ ਤਲਵੰਡੀ ਨੇ। ਕੋਈ ਵੀ ਮਤਲਬ ਉਹ ਇੱਕ ਅਲਟਰਨੇਟਿਵ ਕਹੋ ਨਾ ਵੀ ਅਕਾਲੀ ਦਲ ਦਾ ਬਦਲ ਉੱਭਰਿਆ। ਅਕਾਲੀ ਦਲ ਦਾ ਬਦਲ ਐ ਨਹੀਂ ਉੱਭਰੂਗਾ ਵੀ ਉਹੀ ਦਾਗੀ ਜੇ ਬੰਦੇ ਕੁਛ ਚਿਰ ਬਾਅਦ ਕਹਿਣ ਹੁਣ ਨਵੇਂ ਜਿਹੇ ਕੱਪੜੇ ਪਾ ਕੇ ਵੀ ਅਸੀਂ ਨਹਾਤੇ ਧੋਤੇ ਹਾਂ। ਉਹ ਨਹੀਂ, ਲੋਕ ਇੰਨੇ ਮੂਰਖ ਨਹੀਂ ਬਣਦੇ। ਇਹ ਸਾਰੇ ਕੁਛ ਦਾ ਸਿੱਟਾ ਸੀ ਰਮਨੀਕ ਸਿੰਘ ਆ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ, ਜਿਹੜਾ ਸਾਨੂੰ ਵੀ ਨਹੀਂ ਸੀ ਪਤਾ, ਆਪਾਂ ਨੂੰ ਵੀ ਨਹੀਂ ਸੀ ਪਤਾ ਵੀ ਇਸ ਹੱਦ ਤੱਕ ਕੌਮ ਦੇ ਮਨ 'ਚ ਰੋਸ ਅਤੇ ਗੁੱਸਾ ਕਿੰਨਾ ਸੀ। ਇੱਕ ਤਾਂ ਇਹ ਫੈਕਟਰ, ਇੱਕ ਜਿਹੜਾ ਸਮਾਂ ਬਦਲ ਜਾਂਦਾ, ਜਦੋਂ ਤੁਹਾਨੂੰ ਸਮੇਂ ਦੀ ਨਬਜ਼ 'ਤੇ ਹੱਥ ਨਹੀਂ ਰਹਿੰਦਾ ਨਾ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਸਮਾਂ ਬਦਲ ਰਿਹਾ। ਨਵੀਂ ਜਨਰੇਸ਼ਨ ਆ ਰਹੀ ਆ, ਉਹ ਹੋਰ ਤਰ੍ਹਾਂ ਦੀ ਹੈ। ਉਹ ਕਿਸਾਨ ਅੰਦੋਲਨ ਨੇ ਦਿਖਾਤਾ ਸੀ। ਦੀਪ ਸਿੱਧੂ ਦਾ ਨਾਇਕ ਬਣ ਕੇ ਉੱਭਰਨਾ, ਇਹ ਦੀਪ ਸਿੱਧੂ ਦੀ ਗੱਲ ਨਹੀਂ, ਇਹ ਇੱਕ ਬਹੁਤ ਵੱਡੀ ਸ਼ਿਫਟ ਆ ਰਹੀ ਸੀ ਵੀ ਹੁਣ ਲਲਕਰਾ ਕੌਣ। ਲੜਾਈ ਇਸ ਹੱਦ 'ਤੇ ਪਹੁੰਚ ਗਈ ਆਰ ਪਾਰ ਦੀ। ਹੁਣ ਉਹ ਲੇਲੇ ਪੇਪੇ ਨਹੀਂ ਵੀ ਹੁਣ ਤਾਂ ਤੁਸੀਂ ਉਹ ਇੱਕ ਤੁਹਾਡੀ ਸਾਰੀ ਜਿਹੜੀ ਹੈਗੀ ਹੈ, ਤੁਸੀਂ ਜੰਗ ਦੀ ਅਵਸਥਾ 'ਚੋਂ, ਇਹ ਗੋਲੀਆਂ ਨਾ ਚੱਲਣ, ਬੰਦੂਕਾਂ ਨਾ ਚੁੱਕੋ, ਪਰ ਹੈ ਇਹ ਜੰਗ ਹੀ ਆਪਦੇ ਹਿੱਤਾਂ ਦੀ ਰਾਖੀ ਵਾਸਤੇ, ਅਤੇ ਜਿਹਦੇ 'ਚੋਂ ਚਲੋ ਦੀਪ ਸਿੱਧੂ ਨੇ ਉਹਨੂੰ ਹੋਣ ਦਾ ਸੰਕਟ ਵੀ ਸਾਡਾ ਹੋਣ ਦਾ ਸੰਕਟ ਹੈ। ਇਹ ਇੱਕ ਲਖਾਇਕ ਸੀਗਾ, ਇੱਕ ਆ ਰਹੀ ਤਬਦੀਲੀ ਦਾ ਇੱਕ ਵੱਡਾ ਪਲਟਾ। ਇਹ ਇਹਨਾਂ ਤੋਂ ਕਿਸੇ ਤੋਂ ਜੱਜ ਨਾ ਹੋਇਆ। ਤੇ ਕੋਈ ਵੀ ਕ੍ਰੈਡੀਬਲ ਪੰਥਕ ਅਲਟਰਨੇਟਿਵ ਬਦਲ ਉੱਭਰ ਕੇ ਨਾ ਆਇਆ, ਤਾਂ ਉਹਦੇ 'ਚੋਂ ਫਿਰ ਬਾਈ ਡਿਫਾਲਟ ਹੋ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਹੁਣ ਇਹ ਸੀ ਜਦੋਂ ਐਡੀ ਵੱਡੀ ਕਰਾਰੀ ਹਾਰ ਮਿਲਦੀ ਹੈ, ਕਈ ਵਾਰ ਉਹਦੇ ਵਿੱਚੋਂ ਹੀ ਬੰਦਾ ਨਾ ਜਿਵੇਂ ਦਿਮਾਗ 'ਤੇ ਹਥੌੜਾ ਵੱਜਦਾ, ਸੱਟ ਵੱਜਦੀ ਹੈ, ਕਿਤੇ ਬੈਠ ਕੇ ਸੋਚਦਾ ਹੈ। ਆਤਮ ਚੀਨਨ, ਇਹਨਾਂ ਦੇ ਆਤਮ ਚੀਨਨ ਨਹੀਂ ਹੋਇਆ।
ਬਿਲਕੁਲ ਨਹੀਂ ਹੋਇਆ। ਇਹਨਾਂ ਨੇ ਫਿਰ ਇਹਨਾਂ ਨੂੰ ਇਹ ਲੱਗਿਆ ਵੀ ਗੱਲ ਗੜਬੜ ਤਾਂ ਹੋ ਗਈ, ਹੁਣ ਐ ਤਾਂ ਚੱਲਣਾ ਨਹੀਂ। ਵੀ ਕੀ ਗੱਲ ਹੋ ਗਈ, ਕੀ ਕਾਰਨ, ਉਹਦੇ ਵਾਸਤੇ ਝੁੰਦਾਂ ਕਮੇਟੀ ਬਣਾਤੀ। ਹਾਲਾਂਕਿ ਕਮੇਟੀ ਬਣਾਉਣ ਦਾ ਕੀ ਸੀ ਇਹਦੇ 'ਚ, ਕਿਹਨੂੰ ਨਹੀਂ ਪਤਾ ਕੀ ਹੋ ਗਿਆ। ਵੀ ਤੁਸੀਂ ਪੋਜੀਸ਼ਨ ਲੈ ਕੇ ਆਓ ਕੌਮ ਸਾਹਮਣੇ, ਮੰਨੋ ਵੀ ਸਾਥੋਂ ਬੜੇ ਵੱਡੇ ਗੁਨਾਹ ਹੋ ਗਏ ਅਤੇ ਜੋ ਹੁਣ ਕੌਮ ਸਾਨੂੰ ਸਜ਼ਾ ਦੇਊ ਅਸੀਂ ਉਹ ਭੁਗਤਣ ਨੂੰ ਤਿਆਰ ਹਾਂ। ਉਹ ਸਪਿਰਟ ਜਿਹੜੀ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ, ਹਾਲਾਂਕਿ ਉਹਦਾ ਤਾਂ ਗੁਨਾਹ ਵੀ ਐਡਾ ਵੱਡਾ ਨਹੀਂ ਸੀ, ਪਰ ਇੱਕ ਸਪਿਰਟ ਤਾਂ ਸੀ ਨਾ ਵੀ ਜੇ ਦਿਲਾਂ ਨੂੰ ਠੇਸ ਪਹੁੰਚੀ ਹੈ ਕਿਤੇ, ਮੈਂ ਗੁਰੂ ਦੇ ਆਦੇਸ਼ਾਂ ਤੋਂ ਹੁਕਮ ਅਦੂਲੀ ਹੋਈ ਮੈਥੋਂ, ਤਾਂ ਮੈਂ ਭਾਈ ਤਿਆਰ ਹਾਂ। ਇਹ ਰਾਹ ਨਹੀਂ ਚੁਣਿਆ ਇਹਨਾਂ ਨੇ। ਇਹਨਾਂ ਨੇ ਜਿਵੇਂ ਲਿਪਾ ਪੋਚੀ ਨਹੀਂ ਕਰਦੇ ਹੁੰਦੇ, ਕਮੇਟੀ ਜੀ ਬਣਾ ਲਈ, ਕਮੇਟੀ ਦੀ ਰਿਪੋਰਟ ਨੂੰ ਕਿੰਨਾ ਸਮਾਂ ਦੇਤਾ। ਐਡੀ ਗੁੰਝਲਦਾਰ ਕਿਹੜੀ ਗੱਲ ਸੀ ਯਾਰ ਕਮੇਟੀ ਦਾ। ਇਹ ਤਾਂ ਇਹਨਾਂ ਦੀ ਕੋਰ ਕਮੇਟੀ ਬਹਿੰਦੀ, ਉੱਥੇ ਸੁਖਵੀਰ ਆਪ ਹੀ ਲਿਆਉਂਦਾ ਜੇ ਮਤਲਬ ਥੋੜ੍ਹਾ ਬਹੁਤਾ ਇਹਨੂੰ, ਕਿਹਨੂੰ ਨਹੀਂ ਸੀ ਪਤਾ ਕੀ ਹੋ ਗਿਆ। ਚਲੋ ਕਮੇਟੀ ਬਣ ਗਈ, ਕਮੇਟੀ ਦੀ ਰਿਪੋਰਟ ਮੁੜ ਕੇ ਉਹ ਰਿਪੋਰਟ ਨਹੀਂ ਜਾਰੀ ਹੋ ਰਹੀ, ਕਿਤੇ ਡਿਸਕਸ ਨਹੀਂ ਹੋ ਰਹੀ, ਉਹਦੀਆਂ ਕੀ ਉਹਦੇ ਸਿਫਾਰਸ਼ਾਂ ਕੀਤੀਆਂ, ਉਹ ਫੇਰ ਮਤਲਬ ਇੱਕ ਸਾਰਾ ਕੁਛ ਹਨੇਰੇ ਜਿਹੇ 'ਚ ਹੀ, ਉਹ 'ਚੋਂ ਅਫਵਾਹਾਂ ਫਿਰ ਚੱਲਣੀਆਂ ਹੁੰਦੀਆਂ, ਰਿਊਮਰਸ। ਸੋ ਉਹਦੇ 'ਚੋਂ ਜਿਹੜੇ ਪੱਕੇ ਬੰਦੇ ਵੀ ਸੀ ਜਿਨ੍ਹਾਂ ਨੂੰ ਇਹ ਲੱਗਿਆ ਕਿ ਹੁਣ ਇਹ ਤਾਂ ਡੁੱਬਾਂਗੇ, ਜਿਵੇਂ ਡੁੱਬ ਰਹੇ ਜਹਾਜ਼ 'ਚੋਂ ਛਾਲਾਂ ਨਹੀਂ ਮਾਰਦੇ ਬੰਦੇ, ਇਹ ਜਿਹੜੇ ਚੰਦੂ ਮਾਜਰੇ ਹੈ, ਜਿਹੜੇ ਬੰਦੇ ਹੁਣ ਇਕੱਠੇ ਹੋ ਰਹੇ ਨਾ, ਹੁਣ ਵੀ ਅਸਤੀਫਾ ਦੇਣਾ ਚਾਹੀਦਾ ਜੀ, ਇਸ ਤਰ੍ਹਾਂ ਅਕਾਲੀ ਦਲ ਨਹੀਂ ਬਚਣਾ। ਉਹਨਾਂ ਨੂੰ ਜਿਵੇਂ ਇਹ ਲੱਗਦਾ ਨਾ ਵੀ ਹੁਣ ਅਸੀਂ ਸੁਖਬੀਰ ਦੇ ਤੋਂ ਅਸਤੀਫਾ ਲੈ ਕੇ ਜਾਂ ਉਹਦੇ ਖਿਲਾਫ ਜਾਂ ਕੁਛ ਕਰਕੇ ਉਹ ਪੋਜੀਸ਼ਨ ਜੀ ਲੈ ਕੇ ਅਸੀਂ ਮੁੜ ਕੇ ਲੋਕਾਂ 'ਚ ਮਕਬੂਲ ਹੋ ਜਾਵਾਂਗੇ, ਇਹ ਫਿਰ ਬਹੁਤ ਵੱਡੀ ਉਹਨਾਂ ਦੀ ਗਲਤ ਫਹਿਮੀ ਹੈ, ਰਾਦਰ ਮੂਰਖਤਾ ਹੈ। ਕਿਉਂਕਿ ਅੱਜ ਜੋ ਮੈਂ ਸਾਰੇ ਗਿਣਾਏ ਨੇ ਗੁਨਾਹ, ਇਹਨਾਂ ਸਾਰਿਆਂ 'ਚ ਉਹ ਦੱਸਣ ਆਪਦਾ ਰਿਕਾਰਡ, ਕਿੱਥੇ ਕਿਹੜੀ ਗੱਲ ਦਾ ਉਹਨਾਂ ਨੇ ਵਿਰੋਧ ਕੀਤਾ, ਕਿਤੇ ਆਇਆ ਹੋਵੇ ਕਿਤੇ, ਭਾਵੇਂ ਢੀਂਡਸਾ ਹੈ, ਭਾਵੇਂ ਚੰਦੂ ਮਾਜਰਾ ਹੈ, ਭਾਵੇਂ ਜਿਹੜੇ ਆ ਹੁਣ ਹੋਰ ਬੰਦੇ ਚੱਲ ਰਹੇ। ਸੋ ਇਸ ਸਟੇਜ 'ਤੇ ਆ ਕੇ ਕੋਈ ਬੰਦੇ ਇਹ ਕਹਿਣ ਵੀ ਹੁਣ ਅਸੀਂ ਇਕੱਠੇ ਜੇ ਹੋ ਕੇ ਇਹਦੇ ਖਿਲਾਫ, ਫਿਰ ਉਹ ਤਾਂ ਜਿਵੇਂ ਪਹਿਲਾਂ ਚੱਲਿਆ ਨਾ ਉਸ ਤਰ੍ਹਾਂ ਹੀ ਹੈ। ਸੋ ਤਾਂ ਮੈਂ ਕਹਿਣਾ ਵੀ ਹੁਣ ਜਿਹੜਾ ਸੰਕਟ ਹੈ ਅਤੇ ਉਹਦੇ 'ਚ ਮੈਨੂੰ ਲੱਗਦਾ ਵੀ ਜਿਹੜੀ ਇਹਨਾਂ ਦੀ ਬਿਮਾਰੀ ਦਾ ਰੋਗ ਕੀ ਹੈ, ਰੋਗ ਹਨ ਸਲਾਹਕਾਰ। ਜਦੋਂ ਸਲਾਹਕਾਰ ਸੁਹਿਰਦ ਨਾ ਹੋਣ ਨਾ, ਅਸਲ ਜਦੋਂ ਲੀਡਰੀ ਸੁਹਿਰਦ ਨਾ ਰਹੇ, ਉਸ ਸੁਹਿਰਦ ਸਲਾਹਕਾਰ ਉਹ ਤੋਂ ਲੈ ਨਹੀਂ ਜਾਂਦੇ, ਉਹ ਬੇਈਮਾਨ ਸਲਾਹਕਾਰ ਹੀ ਲਿਆਊ, ਜਿਹੜੇ ਜਦੋਂ ਉਹਦੀ ਤਾਕਤ ਹੋਊਗੀ ਉਹਨੂੰ ਉਹ ਚਾਹੁੰਦਾ ਕੀ ਹੈ, ਉਹਦੀ ਇੱਛਾ ਮੁਤਾਬਕ ਸਲਾਹਾਂ ਦੇਣਗੇ। ਸੋ ਇਸ 'ਚ ਮੈਂ ਜੇ ਨਾਂ ਲੈਣਾ ਹੋਵੇ ਤਾਂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹਰਚਰਨ ਸਿੰਘ ਬੈਂਸ। ਹਾਲਾਂਕਿ ਪਰਸਨਲੀ ਮੇਰਾ ਹਰਚਰਨ ਸਿੰਘ ਬੈਂਸ ਬਾਰੇ ਸੌਫਟ ਕਾਰਨਰ ਵੀ ਹੈ, ਮਤਲਬ ਐਟਲੀਸਟ ਉਹ ਅਕਲ ਵਾਲਾ ਬੰਦਾ ਹੈ, ਪਰ ਜਦੋਂ ਈਮਾਨ ਗਿਰਜੇ ਬੰਦੇ ਦਾ, ਇਹ ਕਿਤੇ ਵੀ ਆਪਾਂ ਬਹਿਸ ਕਰਨ ਨੂੰ ਤਿਆਰ ਹਾਂ। ਹੁਣ ਉਹ ਬੰਦੇ ਹੀ ਫੇਰ ਮੁੜ ਕੇ ਉਵੇਂ ਬੈਠੇ ਨੇ। ਸੋ ਆਪਾਂ ਇਹ ਕਹਿ ਲਈਏ ਰਮਨੀਕ ਸਿੰਘ ਕਿ ਜਦੋਂ ਕੋਈ ਜਿਹੜੀ ਇਮਾਰਤ ਹੈ, ਮਹਿਲ ਹੈ, ਸਮਝ ਲਓ ਬਿਲਡਿੰਗ ਹੈ, ਹਵੇਲੀ ਹੈ ਪੁਰਾਣੀ, ਉਹ ਇੰਨੀ ਜਰਜਰੀ ਹੋ ਜੇ, ਉਦੋਂ ਤੁਸੀਂ ਉਹਦਾ ਵੀ ਹੁਣ ਆਹ ਦਰਵਾਜ਼ਾ ਜਾਂ ਪਾਸੇ ਕਰਕੇ ਨਵੇਂ ਲਾ ਲਈਏ, ਆਹ ਇੱਟਾਂ ਜਿਹੀਆਂ ਠੀਕ ਕਰ ਲਈਏ, ਆਹ ਛੱਜਾ ਜਿਹਾ ਠੀਕ ਕਰ ਲਈਏ, ਐਂ ਨਹੀਂ ਹੁੰਦਾ। ਉਹਦਾ ਕੁਛ ਵੀ ਨਹੀਂ, ਉਹਦੀ ਇੱਟਾਂ ਵੀ ਨਹੀਂ ਵਰਤੀਆਂ ਜਾ ਸਕਦੀਆਂ, ਉਹਦਾ ਕੋਈ ਖਿੜਕੀ ਦਰਵਾਜ਼ਾ ਵੀ ਨਹੀਂ ਵਰਤਿਆ ਜਾ ਸਕਦਾ। ਇਹ ਜਿਹੜੇ ਬੰਦੇ ਰਵੀ ਕਰਨ ਕਾਲੋਂ ਦੇ ਘਰੇ ਇਕੱਠੇ ਹੋਏ ਨੇ, ਖਿੜਕੀਆਂ ਦਰਵਾਜ਼ੇ ਨੇ ਉਸ ਢਾਂਚੇ ਦੀ, ਸੋ ਇਹ ਨਹੀਂ ਕੁਛ ਕਰ ਸਕਣਗੇ। ਸੋ ਅੱਜ ਮੈਨੂੰ ਲੱਗਦਾ ਜਿਵੇਂ ਮੈਂ ਖਬਰਾਂ ਤੋਂ ਜਿੰਨਾ ਕੁ ਅੰਦਾਜ਼ਾ ਲਾਇਆ ਕਿ 2 ਕੈਂਪ ਅਕਾਲੀ ਦਲ 'ਚ ਬਣ ਗਏ, ਜਿਸ 'ਚ ਅਗਲੀ ਫੁੱਟ ਇਨਐਵੀਟੇਬਲ। ਇੱਕ ਪਾਸੇ ਜਿਹੜੇ ਬਾਦਲ ਪ੍ਰਤੀ ਵਫਾਦਾਰ, ਉਹਦੇ 'ਚ ਜਨਮੇਜਾ ਸਿੰਘ ਸੇਖੋਂ ਹੈ, ਉਹ 'ਚ ਮਲੂਕਾ ਹੈ, ਸਿਕੰਦਰ ਸਿੰਘ, ਬਲਵਿੰਦਰ ਸਿੰਘ ਭੁੰਦੜ ਤਾਂ ਨਾਂ ਲੈਣ ਦੀ ਲੋੜ ਹੀ ਨਹੀਂ, ਉਹ ਤਾਂ ਪੱਕਾ ਹੈਗਾ ਹੀ ਹੈਗਾ ਨਾ। ਡਾਕਟਰ ਦਲਜੀਤ ਸਿੰਘ ਚੀਮਾ ਹੈ, ਬੀਬੀ ਜਗੀਰ ਕੌਰ ਹੈ, ਅਤੇ ਸ਼ਾਇਦ ਬਿਰਸਾ ਸਿੰਘ ਬਲਟੋਆ
ਉਹ ਵੀ ਇਸੇ ਧੜੇ 'ਚ ਲਾ ਲਓ। ਤੇ ਇਹ ਬੰਦੇ ਜੇ ਨੇ ਫਿਰ ਜਿਹੜੇ ਨਵੇਂ ਆਏ ਨੇ ਉਹ ਤਾਂ ਚੱਲ ਹੋਣੇ ਹੀ ਆ, ਉਹਨਾਂ ਦੇ ਬੰਟੀ ਰੁਮਾਣਾ, ਰੋਜੀ ਬਰਕੰਦੀ, ਉਹ ਬੰਦੇ ਤਾਂ ਉਹਨਾਂ ਦੇ ਹੀ ਹੋਣੇ ਨੇ। ਸੋ ਇੱਕ ਕੈਂਪ ਤਾਂ ਇਹ ਹੈ ਕਿ ਉਹ ਅਜੇ ਵੀ ਉਹ ਵੀ ਅਸੀਂ ਇਹ ਪਰਿਵਾਰ ਨਾਲ ਖੜੇ ਹਾਂ ਜੀ, ਤੇ ਉਸੇ ਤਰ੍ਹਾਂ ਹੀ ਕੁਛ ਮਾੜਾ ਮੋਟਾ ਕਰਕੇ ਵੀ ਅਸੀਂ ਕੁਛ ਕਰ ਲਾਂਗੇ ਸ਼ਾਇਦ। ਦੂਜਾ ਕੈਂਪ ਉਹ ਆ ਗਿਆ ਜਿਹੜੇ ਫਿਰ ਇੱਥੇ ਇਕੱਠੇ ਹੋਏ, ਜਿਹ 'ਚ ਮਨਪ੍ਰੀਤ ਆਲੀ ਲਾ ਲਓ, ਪ੍ਰੇਮ ਸਿੰਘ ਚੰਦੂ ਮਾਜਰਾ, ਕਰਨੈਲ ਸਿੰਘ ਪੰਜੋਲੀ ਤੇ ਬ੍ਰਹਮਪੁਰੇ ਵਗੈਰਾ, ਜਿਹੜੇ ਸਾਰੇ ਕਦੇ ਇੱਧਰ ਕਦੇ ਕਿਵੇਂ ਮਤਲਬ ਐਵੇਂ ਚੱਕਵੇਂ ਚੁੱਲ੍ਹੇ ਜੇ ਨਾ, ਉਹ ਸਾਰੇ ਇਕੱਠੇ ਹੋ ਰਹੇ ਹਨ। ਤੇ ਇਹ ਖਬਰ ਵੀ ਪੜ੍ਹਨ ਦੀ ਲੋੜ ਨਹੀਂ, ਇਹਦੇ ਨਾਲ ਕੁਛ ਨਹੀਂ ਹੋਣਾ। ਇਹਦੇ ਨਾਲ ਅਕਾਲੀ ਦਲ ਦੀ ਜਿਹੜੀ ਹੋਂਦ ਦਾ ਸੰਕਟ ਅਸੀਂ ਕਹਿੰਦੇ ਵੀ ਅਕਾਲੀ ਦਲ ਬਚ ਰਹੂ, ਇਹ ਹੁਣ ਐ ਸੱਚ ਅਕਾਲੀ ਦਲ, ਮੈਨੂੰ ਤਾਂ ਹੁਣ ਕੋਈ ਉਮੀਦ ਨਹੀਂ ਆ। ਮੈਨੂੰ ਕੁਛ ਚਿਰ ਪਹਿਲਾਂ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਇਨੀਸ਼ੀਏਟਿਵ ਲਵੇ ਤੇ ਉਹ ਸੱਚੀ ਇਮਾਨਦਾਰੀ ਨਾਲ ਆਪਦੇ ਗੁਨਾਹ ਕਬੂਲ ਕਰੇ ਤੇ ਕੌਮ ਤੋਂ ਦੱਸੋ ਮੈਨੂੰ ਸਜ਼ਾ ਕੀ ਹੈ, ਕੋਈ ਇਹੋ ਜਿਹਾ ਸਟੈਪ ਚੁੱਕ ਲੈ, ਸ਼ਾਇਦ ਕੌਮ ਕਿਸੇ ਮੌਕੇ ਬਖਸ਼ ਦੂ। ਇਹ ਨਹੀਂ ਵੀ ਤੂੰ ਹੀ ਚੱਲ, ਇੱਕ ਵਾਰ ਤਾਂ ਪਾਸੇ ਹੋਵੇ। ਇਹ ਤੇ ਕੋਈ ਕਿੰਤੂ ਪਰੰਤੂ ਵੀ ਸ਼ਰਤਾਂ ਨਹੀਂ ਤੇ ਕੋਈ, ਉਹ ਟੋਲਾ ਜਾਂ ਸਾਰਾ ਵੀ। ਤੇ ਪਰ ਮੈਨੂੰ ਤਾਂ ਇੰਨੀ ਹੈਰਾਨੀ ਵੀ ਹੋਈ ਵੀ ਯਾਰ, ਜਿਹਦਾ ਮਤਲਬ ਇਹਨਾਂ ਦੇ ਇੰਨੀ ਗੱਲ ਵੀ ਖਾਂਦੇ ਨਹੀਂ ਪਈ ਜਦੋਂ ਆਹ ਇਲੈਕਸ਼ਨ ਆਈ ਸੰਗਰੂਰ ਦੀ ਬਾਈ ਇਲੈਕਸ਼ਨ, ਵੀ ਤੁਹਾਡੀ ਕੀ ਹਾਲਤ ਹੋ ਕੇ ਹਟੀ ਹੈ। ਤੁਸੀਂ ਫੇਰ ਉਹਦੇ ਇਲੈਕਸ਼ਨ ਲੜ ਰਹੇ ਹੋ ਵੀ ਅਸੀਂ ਜਿੱਤ ਜਾਵਾਂਗੇ। ਤੇ ਕਿਹੋ ਜਿਹੇ ਹੱਥ ਕੰਡੇ ਵੀ ਬੰਦੀ ਸਿੰਘਾਂ ਦੇ ਪਰਿਵਾਰ 'ਚੋਂ ਕੋਈ ਕੈਂਡੀਡੇਟ 'ਚ ਲੱਭ ਲਈਏ ਇੱਕ ਇਹੋ ਜਿਹਾ। ਉਹ ਤਾਂ ਬੰਦੀ ਸਿੰਘਾਂ 'ਚ ਵੀ ਇੱਕ ਜਿਵੇਂ ਪਾੜ ਜਾ ਨਹੀਂ ਪਾਉਣਾ ਹੁੰਦਾ, ਆਹ ਸਾਡੇ ਉਹ ਤੁਹਾਡੇ, ਮਤਲਬ ਕਿਹਨੇ ਮੱਥ ਦਿੱਤੀ ਵੀ ਯਾਰ ਤੁਸੀਂ, ਹਾਲਾਂਕਿ ਕੀ ਐਡਾ ਲੋੜ ਵੀ ਤੁਸੀਂ ਚੁੱਪ ਕਰਕੇ, ਤੁਸੀਂ ਜੇ ਮਾਨ ਸਾਹਿਬ ਦੀ ਸਪੋਰਟ ਨਹੀਂ ਕਰ ਸਕਦੇ ਸੀ, ਜਸਟ ਸਕਿਪ ਕਰੋ ਇੱਕ ਇਲੈਕਸ਼ਨ, ਵੀ ਅਸੀਂ ਅਜੇ ਆਪਦਾ ਘਰ ਠੀਕ ਕਰ ਰਹੇ ਹਾਂ, ਆਤਮ ਚੀਨਨ ਕਰ ਰਹੇ ਹਾਂ, ਆਪਦੀਆਂ ਗਲਤੀਆਂ ਤੋਂ ਮੁਕਤ ਹੋਣ ਦੇ ਯਤਨ ਕਰ ਰਹੇ ਹਾਂ। ਅਜੇ ਸਾਡੇ ਵਾਸਤੇ ਇਮੀਡੀਏਟ ਚੋਣਾਂ ਲੜਨਾ ਕੋਈ ਕੰਸਰਨ ਨਹੀਂ। ਜੇ ਇੰਨਾ ਵੀ ਨਹੀਂ ਕਰ ਸਕੇ ਜਦੋਂ ਇੰਨਾ ਚਿੱਟੇ ਦਿਨ ਵਾਂਗ ਦਿਖ ਰਿਹਾ ਸੀ, ਸੋ ਮੈਨੂੰ ਤਾਂ ਹੁਣ ਕੋਈ ਉਮੀਦ ਨਹੀਂ ਵੀ ਇਹ ਬਾਦਲ ਧੜਾ ਤੇ ਇਹਦੇ ਵਿਰੋਧੀ ਧੜਾ ਕੁਛ ਵੀ ਹੋ ਜੇ, ਇਹ ਹੁਣ ਪੰਥ ਇਸ ਤਰ੍ਹਾਂ ਨਹੀਂ ਬਚਣਾ। ਸਭ ਤੋਂ ਜਿਹੜਾ ਮਾੜਾ ਰੋਲ ਆ ਰਿਹਾ ਮੈਨੂੰ ਉਹ ਹੈ ਗਿਆਨੀ ਹਰਪ੍ਰੀਤ ਸਿੰਘ, ਜਿਹੜਾ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ। ਮਤਲਬ ਜੋ ਬੋਲ ਰਿਹਾ ਜਿਸ ਕਿਸਮ ਦੇ ਲਹਿਜੇ 'ਚ, ਉਹਨੂੰ ਪਤਾ ਹੀ ਨਹੀਂ ਵੀ ਤੇਰੀ ਅਥਾਰਟੀ ਕੀ ਰਹੇਗੀ ਯਾਰ, ਕਿੱਥੋਂ ਬੋਲ ਰਿਹਾ, ਕਿਹਨੂੰ ਨਹੀਂ ਪਤਾ ਵੀ ਤੂੰ ਬਿਲਕੁਲ ਉਹਨਾਂ ਦਾ ਇੱਕ ਕਠਪੁਤਲੀ ਹੈ। ਤੇ ਉਹ ਕਠਪੁਤਲੀਆਂ 'ਤੇ ਵੀ ਕਿਤੇ ਲੋਕ ਯਕੀਨ ਕਰਨਗੇ। ਸੋ ਉਹ ਫਿਰ ਉਹਨਾਂ ਨੂੰ ਆਏ ਇਸ ਤਰ੍ਹਾਂ ਦਾ, ਹਾਲਾਂਕਿ ਦੇਖੋ ਇਨੀਸ਼ੀਏਟਿਵ ਬੜਾ ਸੋਹਣਾ ਲੈ ਲਿਆ ਸੀ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਸੰਗਰੂਰ ਵਾਲੀ ਤੋਂ, ਵੀ ਉੱਥੇ ਮੰਜੀ ਸਾਹਿਬ ਨਾ ਤੇਜਸਵੀ ਸਮੁੰਦਰੀ ਹਾਲ 'ਚ ਮੀਟਿੰਗ ਬੁਲਾਈ ਨਾ, ਵੱਖ-ਵੱਖ ਧਿਰਾਂ ਬੁਲਾਈਆਂ, ਗਏ ਵੀ ਲੋਕ ਤੇ ਉਹਨਾਂ ਨੇ ਸੁਝਾਅ ਵੀ ਦਿੱਤੇ। ਇੱਕ ਐਂ ਲੱਗਦਾ ਸੀ ਕਿ ਹੁਣ ਰਲ ਮਿਲ ਕੇ ਕੋਈ ਸਾਂਝੇ ਜਿਹੇ ਫੈਸਲੇ ਕਰਨਗੇ, ਤੇ ਮੁੜ ਕੇ ਕੀ ਡਰਾਮਾ ਜਿਹਾ ਕੀਤਾ ਮਤਲਬ। ਸੋ ਇਟ ਮੀਨਸ ਗੜਬੜ ਵੱਡੀ ਹੈ। ਹੁਣ ਇਹਦੇ ਵਿੱਚੋਂ ਕੀ ਹੋਊ, ਪੰਥ ਨੂੰ ਆਪਦੀ ਜਥੇਬੰਦੀ ਦੀ ਲੋੜ ਤਾਂ ਹੈ ਹੀ ਹੈ, ਪੰਜਾਬ ਨੂੰ ਵੀ ਹੈ। ਉਹ ਇੱਕੋ ਹੀ ਜਥੇਬੰਦੀ ਹੋਊ, ਇਹ ਨਹੀਂ ਵੀ ਇੱਕ ਪੰਜਾਬੀ ਪਾਰਟੀ ਹੋਊ, ਇੱਕ ਪੰਥ ਦੀ ਪਾਰਟੀ ਹੋਊ। ਸੋ ਰੀਅਲ ਜੋ ਜਿਹਦੀ ਲੋੜ ਹੈ ਉਹ ਕਿਵੇਂ ਜੇ ਆਊ, ਇਹ ਹੁਣ ਆਪਣੀ ਤਾਂ ਘੱਟੋ ਘੱਟ ਮੇਰੀ ਸੋਚ ਤੋਂ ਤਾਂ ਪਰੇ ਚਲੀ ਗਈ ਗੱਲ। ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਇਹ ਤਾਂ ਹੁਣ ਕੋਈ ਵਾਹਿਗੁਰੂ ਦੀ ਕਲਾ ਵਾਪਰੂ, ਉਹ ਕਿਵੇਂ ਵਾਪਰੂ, ਉਹ ਕਲਾ ਦਾ ਤੁਸੀਂ ਅੰਦਾਜ਼ਾ ਨਹੀਂ ਨਾ ਲਾ ਸਕਦੇ, ਉਹ ਕਿਹੜਾ ਕਿਸੇ ਰੈਸ਼ਨਲ ਕੈਲਕੂਲੇਸ਼ਨਾਂ ਨਾਲ ਉਹਦਾ ਕੋਈ ਪਤਾ ਲੱਗ ਸਕਦਾ ਹੈ। ਸੋ ਜੋ ਐਗਜ਼ਿਸਟਿੰਗ ਜਥੇਬੰਦੀਆਂ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਲੜਨ ਵਾਲੀ ਧਿਰ ਦੇ ਨੁਮਾਇੰਦੇ ਦੇ ਤੌਰ 'ਤੇ ਖੜੇ ਰਹਿਣਗੇ, ਚੱਲ ਬੋਲਦੇ ਰਹਿਣਗੇ, ਲੜਦੇ ਰਹਿਣਗੇ, ਪਰ ਉਹਨਾਂ 'ਚੋਂ ਸਮਰੱਥਾ ਨਹੀਂ ਕਿ ਇੱਕ ਜੋ ਕੌਮ ਦੀ
ਰਾਜਸੀ ਜਮਾਤ ਜਿਹੋ ਜਿਹੀ ਚਾਹੀਦੀ ਹੈ, ਉਹਦੇ 'ਚ ਉਹਨਾਂ ਦੀ ਨਾ ਤਾਂ ਜਥੇਬੰਦਕ ਪਹੁੰਚ, ਪਾਰਟੀ ਦਾ ਢਾਂਚਾ, ਆਰਗੇਨਾਈਜੇਸ਼ਨ ਪ੍ਰਤੀ ਪਹੁੰਚ ਕਿਹੋ ਜਿਹੀ ਬਣਾਉਣੀ ਚਾਹੀਦੀ ਹੈ, ਉੱਥੇ ਕੋਈ ਗੁੰਜਾਇਸ਼ ਹੀ ਨਹੀਂ। ਬਸ ਜਾਂ ਤੁਸੀਂ ਮੇਰੇ ਨਾਲ ਹੋ ਜਾਂ ਤੁਸੀਂ ਦੁਸ਼ਮਣ ਨਾਲ ਹੋ। ਉੱਥੇ ਕੋਈ ਬੰਦਾ ਵੱਖਰਾ ਸੋਚ ਸਕੇ, ਟੋਕ ਸਕੇ, ਰੋਕ ਸਕੇ ਮਾਨ ਸਾਹਿਬ ਨੂੰ, ਸਵਾਲ ਕਰ ਸਕੇ, ਇਹ ਪੰਥ 'ਚ ਚੱਲਣਾ ਨਹੀਂ। ਇਹ ਪੰਥ ਦੀ ਰਵਾਇਤ ਦਾ ਹਿੱਸਾ ਨਹੀਂ। ਇਹ ਗੁਰੂਆਂ ਨੇ ਸਾਨੂੰ ਇਸ ਤਰ੍ਹਾਂ ਨਹੀਂ ਸਿਰਜਿਆ। ਇੱਥੇ ਤਾਂ ਸੰਗਤ 21 ਵਿਸਵੇ ਹੈ, ਜੇ ਗੁਰੂ 20 ਵਿਸਵੇ ਹੈ ਤਾਂ ਸੰਗਤ ਗੁਰੂ ਨੂੰ ਵੀ ਕਿਤੇ ਪੁੱਛ ਸਕਦੀ ਹੈ। ਐਡਾ ਵੱਡੀ ਪੋਜੀਸ਼ਨ ਦਿੱਤੀ ਹੈ। ਤੇ ਜਿਹੜੇ ਬੰਦੇ ਤੋਂ ਕ੍ਰਿਟਿਸਿਜ਼ਮ ਹੀ ਸਹਿਣ ਨਹੀਂ ਹੁੰਦਾ, ਪੜਚੋਲ ਹੀ ਨਹੀਂ ਚੱਲ ਸਕਦਾ, ਉਹ ਤੇ ਹੀ ਮਤਲਬ ਇੰਨਾ ਭੜਕਾਹਟ 'ਚ ਆ ਜਾਊਗਾ। ਸੋ ਮੈਨੂੰ ਤਾਂ ਰਹਿ ਕੇ ਸੰਤ ਆਤਰ ਸਿੰਘ ਦੀ ਗੱਲ ਆ ਰਹੀ ਹੈ ਯਾਦ। ਉਹਨੂੰ ਕਿਸੇ ਨੇ ਪੁੱਛਿਆ ਸੀ ਵੀ ਪੰਥ ਦਾ ਆਗੂ 'ਚ ਕੀ ਗੁਣ ਹੋਣੇ ਚਾਹੀਦੇ? ਉਹਨੇ 3 ਗੁਣ ਗਾਏ ਸੀ, ਵੀਰਤਾ, ਗੰਭੀਰਤਾ ਤੇ ਧੀਰਤਾ। ਵੀਰਤਾ ਤਾਂ ਪਹਿਲੀ ਗੱਲ ਹੈ ਨਾ, ਬੁਝਦਲ ਪੰਥ ਦਾ ਆਗੂ ਕਿਵੇਂ ਹੋ ਜੂ? ਫਿਰ ਕੱਲੀ ਵੀਰਤਾ ਨਾਲ ਕੁਝ ਨਹੀਂ ਬਣਦਾ। ਗੰਭੀਰ ਹੋਵੇ, ਸੀਰੀਅਸ, ਤੇ ਉਹ ਮੈਨੀਫੈਸਟ ਹੋ ਧੀਰਤਾ 'ਚ, ਧੀਰਜ ਰੱਖ ਸਕੇ। ਆਪੇ ਤੋਂ ਬਾਹਰ ਮਾੜੀ ਜਿਹੀ ਗੱਲ 'ਤੇ ਹੋ ਜਾਣਾ, ਇਹ ਨਹੀਂ। ਇਹ ਸਿੱਖ ਦਾ ਇਹ ਗੁਣ ਹੈ ਹੀ ਨਹੀਂ। ਉਹ ਤਾਂ ਤੱਤੀਆਂ ਤਵੀਆਂ 'ਤੇ ਬਹਿ ਕੇ ਵੀ, ਜਾਂ ਜਦੋਂ ਖੂਨ ਦੇ ਦਰਿਆ ਵੀ ਵਗ ਰਹੇ ਹੋਣ ਤੇ ਹੰਝੂਆਂ ਦੇ ਸਭ ਕੁਝ ਹੋ ਰਿਹਾ ਹੋਵੇ, ਆਪਦਾ ਉਹ ਮਾਨਸਿਕ ਸਮਤੋਲ ਕਾਇਮ ਰੱਖ ਸਕੇ। ਸੋ ਮੈਨੂੰ ਤਾਂ ਹੈ ਤਾਂ ਨਿਰਾਸ਼ਾਜਨਕ, ਪਰ ਹੁਣ ਐਵੇਂ ਝੂਠ ਬੋਲੀਏ ਵੀ ਹੁਣ ਇਹ ਤੋਂ ਉਮੀਦ ਹੈ, ਹੁਣ ਇਹ ਤੋਂ ਉਮੀਦ ਹੈ। ਉਹ ਦੀਪ ਸਿੱਧੂ ਦਾ ਆਉਣਾ ਵੀ ਇੱਕ ਕਲਾ ਹੀ ਸੀ, ਕਲਾ ਦਾ ਹਿੱਸਾ ਹੀ ਸੀਗਾ। ਉਹਦਾ ਜਾਣਾ ਵੀ ਕੋਈ ਵਾਹਿਗੁਰੂ ਦੀ ਰਜ਼ਾ 'ਚ ਹੀ ਹੈ, ਭਾਣੇ 'ਚ ਹੀ ਹੈ। ਅਸੀਂ ਨਹੀਂ ਅੰਦਾਜ਼ਾ ਲਾ ਸਕਦੇ ਅੱਗੇ ਕੀ ਹੋ। ਵਾਹਿਗੁਰੂ 'ਤੇ ਡੋਲ ਭਰੋਸਾ ਰੱਖੋ, ਦੇਖੋ ਸਾਰੀਆਂ ਚੀਜ਼ਾਂ ਨੂੰ ਗਹਿਰੀ ਪੜਚੋਲ ਨਾਲ, ਨਿਰਖਣ ਨੀਝ ਨਾਲ, ਤੇ ਉਹਦੇ 'ਚੋਂ ਇੱਕ ਸਹੀ ਜੀ ਸਮਝ ਅਪਰੋਚ ਬਣਾ ਕੇ ਚੱਲੋ। ਕਿਸੇ ਦੇ ਪਿੱਛ ਲੱਗ ਨਾ ਬਣੋ, ਵਿਅਕਤੀ ਦਾ ਪਿੱਛ ਲੱਗ ਬਣਨਾ ਨਾ। ਭਾਵੇਂ ਕੋਈ ਵੀ ਹੈ, ਭਾਵੇਂ ਮੈਂ ਵੀ ਹਾਂ, ਭਾਵੇਂ ਕੋਈ ਵਿਦਵਾਨ ਹੈ, ਭਾਵੇਂ ਪੋਲੀਟੀਕਲ ਲੀਡਰ ਹੈ, ਭਾਵੇਂ ਕੋਈ ਧਾਰਮਿਕ ਹਸਤੀ ਹੈ, ਉਹ ਇਸ ਤਰ੍ਹਾਂ ਪੰਥ ਨੂੰ ਸਾਜਿਆ ਨਹੀਂ ਗਿਆ। ਤਾਂ ਹੀ ਪੰਥ 'ਚ ਇਹ ਗੱਲ ਕਬੂਲ ਨਹੀਂ ਹੁੰਦੀ। ਤਾਕਤ ਦੇ ਨਸ਼ੇ ਨਾਲ ਇਹਨਾਂ ਨੇ 8-10 ਸਾਲ ਲੋਕਾਂ ਨੂੰ ਐਂ ਜੇ ਦਵਾ ਲਿਆ ਸੀਗਾ, ਪਰ ਉਹਦਾ ਸਵਾਦ ਚੱਖ ਲਿਆ। 5-7 ਸਾਲ ਕੋਈ ਐਂਕ ਚੱਲ ਜੂਗਾ ਆਪਦੀ ਇੱਕ ਬਣਾ ਕੇ ਝੂਠੀ ਜੀ, ਆਪਦੀ ਆਲੇ ਦੁਆਲੇ ਮਹਿਮਾ ਜੀ ਸਿਰਜ ਕੇ, ਹੈ ਨਾ, ਉਹਦੇ ਨਾਲ ਉਹ ਤਾਂ ਉੜ ਪੋੜ ਜੇ। ਸੋ ਜਿਹਦੀ ਨੇਚਾ ਗੁਰੂ 'ਚ ਕੋਈ ਗੱਲ ਨਹੀਂ, ਨਿਰਾਸ਼ ਨਾ, ਮਤਲਬ ਇਹ ਥੋੜ੍ਹਾ ਵੀ ਯਾਰ ਹੁਣ ਕੁਝ ਦੱਸਦਾ ਤਾਂ ਹੈ ਨਹੀਂ, ਫਿਰ ਘਰੇ ਬਹਿ ਜੀ। ਘਰੇ ਤੁਹਾਨੂੰ ਕੋਈ ਸੱਦ ਕੇ ਲਿਆਉਂਦਾ, ਤੁਹਾਨੂੰ ਤਾਂ ਅੰਦਰੋਂ ਆਇਆ। ਇਹ ਪੰਥ ਨਾਲ ਪਿਆਰ ਹੈ, ਗੁਰੂ ਨਾਲ ਪਿਆਰ ਹੈ। ਇਹ ਅਸੀਂ ਕਿਵੇਂ ਤਬਾਹ ਹੁੰਦਾ ਦੇਖੀਏ। ਜਿਹਦੇ 'ਚ ਜਿੰਨੀ ਕੁ ਸਮਰੱਥਾ ਉਹ ਕੰਮ ਕਰੀ ਜਾਵੇ। ਤੋ ਲੈਟ ਅਸ ਵੇਟ ਐਂਡ ਸੀ, ਕਰੋ ਜਿੰਨਾ ਜਿੰਨਾ ਕੋਈ ਕੰਮ ਕਰੀ ਜਾਂਦਾ ਹੈ। ਅਤੇ ਜਿਹੜੇ ਬੰਦੇ ਲਾਈਕ ਮਾਈਂਡਡ ਜੇ ਉਹ ਰਲ ਮਿਲ ਕੇ ਕੁਝ ਵਿਚਾਰਾਂ ਕਰਕੇ ਕੋਈ ਰਾਹ ਕੱਢਣ। ਭਗਤੀ ਜੀ ਰਾਹਤ ਤਾਂ ਕੌਮ ਨੂੰ ਚਾਹੀਦੀ ਹੈ ਨਾ ਕੁਛ ਤਾਂ ਦਿਸੇ। ਪਰ ਤੂੰ ਦੇਖ ਲੈ, ਬਿਨਾਂ ਲੀਡਰਸ਼ਿਪ ਤੋਂ, ਬਿਨਾਂ ਜਥੇਬੰਦੀ ਤੋਂ, ਬਿਨਾਂ ਮਤਲਬ ਕਿਸੇ ਗੱਲ ਤੋਂ ਵੀ ਕੌਮ ਡਿੱਗ ਨਹੀਂ ਰਹੀ। ਬਰਗਾੜੀ ਦਾ ਮੋਰਚਾ, ਉਹਦੇ ਵਿੱਚੋਂ ਨਿਕਲਿਆ ਸਰਬੱਤ ਖਾਲਸੇ ਦਾ, ਮੈਂ ਤੁਹਾਨੂੰ ਅਡੰਬਰੀ ਕਹੂੰ। ਉਹ ਲੋਕਾਂ ਦੀਆਂ ਜਿੰਨੀਆਂ ਆਸਾਂ 'ਤੇ ਪਾਣੀ ਫੇਰਿਆ, ਜਿਸ ਕਿਸਮ ਦੇ ਫੈਸਲੇ ਕੀਤੇ, ਜਿੰਨੀਆਂ ਸਾਜ਼ਿਸ਼ੀ ਢੰਗ ਨਾਲ, ਉਹ ਮੈਨੂੰ ਸਾਰਾ ਪਤਾ। ਹੁਣ ਉਹ ਸੌਦੇ ਕਿਵੇਂ ਹੋਏ, ਤੁਹਾਡਾ ਕਿਹੜਾ ਸਾਡਾ ਕਿਹੜਾ, ਇਹ ਨਹੀਂ ਪੰਥ 'ਚ ਚੱਲਦਾ। ਇੱਥੇ ਤੱਕ ਖੋਟਾ ਪ੍ਰਵਾਨ ਹੋਣਾ ਹੀ ਨਹੀਂ, ਸਿੱਧੀ ਗੱਲ ਹੈ। ਜਿਹੜੇ ਖਰੇ ਸੀ ਉਹ ਪ੍ਰਵਾਨ ਹੋ ਗਏ, ਸੰਤ ਸੀਗੇ ਖਰੇ ਸੀ, ਉਹ ਪ੍ਰਵਾਨ ਹੋ ਗਏ। ਉਹ ਇੱਕ ਸਾਡਾ ਵੱਡੀ ਪ੍ਰੇਰਨਾ ਦਾ ਸਰੋਤ ਬਣ ਗਏ।
ਉਸੇ ਲੀਚ ਹੋਰ ਵੀ ਹੈਗੇ ਖਾੜਕੂ ਲਹਿਰ ਦੇ ਬਹੁਤ ਆਗੂ ਜਿਹੜੇ ਮਤਲਬ ਐਨ ਖਰੇ ਸਾਬਤ ਹੋਏ, ਫਾਂਸੀਆਂ ਤੇ ਤਖਤਿਆਂ ਤੇ ਵੀ ਤੇ ਜੰਗ ਦੇ ਮੈਦਾਨ 'ਚ ਵੀ, ਇੰਟੈਰੋਗੇਸ਼ਨ ਸੈਂਟਰਾਂ 'ਚ ਵੀ। ਰੀਸੈਂਟ ਚਲੋ ਦੀਪ ਸਿੱਧੂ ਦਾ ਇੱਕ, ਜਿਹਦੇ 'ਚ ਅਜੇ ਬਹੁਤ ਵੱਡੀ ਸੰਭਾਵਨਾ ਨਜ਼ਰ ਆਈ ਸੀ। ਸੋ ਉਹ ਸੀ, ਉਹ ਬਖਸ਼ਿਸ਼ ਸੀ। ਇਹ ਤਾਂ ਜਿੱਤੇ ਬਖਸ਼ਿਸ਼ ਹੋਊ ਉਹਦੇ ਨਾਲ ਮੈਨੂੰ ਤਾਂ ਮਤਲਬ ਆ ਇੱਕ ਮੋਟੀ ਜੀ ਪਿਕਚਰ ਜਿਹੜੀ ਬਣਦੀ ਲੱਗਦੀ ਹੈ ਨਾ ਪੰਥ ਦੀ, ਉਹ ਇਹ ਹੈ। ਤੇ ਆਪਾਂ ਝੂਠੀਆਂ ਜੀਆਂ ਆਸਾਂ ਕੋਈ ਲਾ ਕੇ ਬਹਿ ਜਾਈਏ ਵੀ ਹੁਣ ਐਂ ਹੋ ਜੂ, ਹੁਣ ਆਹ ਬੰਦੇ ਕੁਛ ਇਕੱਠੇ ਹੋ ਰਹੇ ਨੇ। ਮੈਂ ਕਹਿੰਦਾ ਸੁਖਵੀਰ ਚਲਾ ਵੀ ਜਾਵੇ, ਉਹਦੇ ਨਾਲ ਖਿੰਡ ਜੂ ਸਾਰਾ ਕੁਝ ਜਾ। ਤੇ ਕਈ ਬੰਦੇ ਇਹ ਵੀ ਕਹਿ ਰਹੇ ਚਾਰੇ ਤੂੰ ਖਿੰਡ ਹੀ ਜਾਵੇ। ਇਸ ਨੂੰ ਸਾਡੇ ਕਹਿਣ ਨਾਲ ਨਹੀਂ, ਇਹ ਖੰਡਾ ਤਾਂ ਇਹਦਾ ਅਟਲ ਹੀ ਹੈ। ਕਿਵੇਂ ਰੱਖ ਲੈਣਗੇ ਉਹ ਬਚਾ ਕੇ ਇਹਨੂੰ। ਆ 24 ਦੀ ਇਲੈਕਸ਼ਨ ਫਿਰ ਆਈ ਖੜੀ ਹੈ। ਮੈਂ ਤਾਂ ਅੱਜ ਹੀ ਸੁਣ ਰਿਹਾ ਸੀਗਾ ਮਜੀਠੀਏ ਦਾ, ਬਿਕਰਮਜੀਤ ਸਿੰਘ ਦਾ, ਜੇਲ੍ਹ ਚੋਂ ਕੱਲ੍ਹ ਹੀ ਬਾਹਰ ਆਇਆ ਤੇ ਆ ਕੇ ਉਹ ਜੋ ਬੋਲਿਆ ਆਪਦੇ ਘਰੇ ਜਿਸ ਕਿਸਮ ਦਾ, ਮੈਨੂੰ ਤਾਂ ਇਹ ਤੇ ਕੋਈ ਕਿਤੇ ਅਹਿਸਾਸ ਹੀ ਕੋਈ ਵੀ ਸਾਥੋਂ ਕੁਛ ਗਲਤ ਵੀ ਹੋ ਗਿਆ। ਉਹੀ ਅੰਦਾਜ਼, ਉਹੀ ਸਾਰਾ ਪਹੁੰਚ, ਉਵੇਂ ਮਤਲਬ ਇਹ ਕਹਿ ਲਓ ਕਿ ਜੇ ਬੜਕ ਖਬਰਾਂ ਬੜੀਆਂ ਅਫਵਾਹਾਂ ਚੱਲ ਰਹੀਆਂ ਨੇ, ਬੀਜੇਪੀ ਸੰਨ ਲਾ ਰਹੀ ਹੈ। ਸੋ ਇਹ ਤਾਂ ਫਿਰ ਐਂ ਚੱਲੂਗਾ ਨਾ। ਹੁਣ ਚਲੇ ਜਾਣ, ਇੱਥੇ ਬੈਠੇ ਵੀ ਕੀ ਕਰ ਲੈਣਗੇ? ਜਿਹੜੇ ਅੱਗੇ ਚਲੇ ਗਏ ਉਹਨਾਂ ਨੇ ਕੀ ਕਰ ਲਿਆ? ਸੋ ਇਹਨਾਂ ਵੱਲ ਮੈਨੂੰ ਲੱਗਦਾ ਵੀ ਬਾਹਲੀ ਸੁਰਤ, ਬੜਾ ਧਿਆਨ ਦੇਣ ਦੀ। ਹੁਣ ਪਹਿਲਾਂ ਲੱਗਦਾ ਸੀ ਵੀ ਇਹਦੇ 'ਚੋਂ ਕੀ ਨਿਕਲਦਾ, ਪਰ ਹੁਣ ਕੋਈ ਨਿਕਲਦਾ ਲੱਗਦਾ ਨਹੀਂ। ਇਹਨਾਂ 'ਚ ਇੰਨਾ ਆਤਮਕ ਬਲ ਨਹੀਂ ਕਿਸੇ 'ਚ ਵੀ। ਆ ਜਿਹੜੇ ਰਵੀਕਰਨ ਕਾਹਲੋਂ ਦੇ ਘਰੋਂ ਇਕੱਠੇ ਹੋਏ ਨੇ ਵੀ ਤੁਸੀਂ ਪਹਿਲਾਂ ਆਪ ਦਾ ਤਾਂ ਲੋਕਾਂ 'ਚ ਕਬੂਲ ਕਰ ਲਓ ਨਾ ਵੀ ਯਾਰ ਅਸੀਂ ਵੀ ਗੁਨਾਹ ਕਰਦੇ ਰਹੇ। ਇੱਕ ਵੀ ਬੰਦਾ ਨਹੀਂ, ਇੱਕ ਵੀ ਜਿਹਨੇ ਇਹ ਗੱਲ ਲਿਆਂਦੀ ਹੋਵੇ। ਸੋ ਇਹ ਆ ਮੋਟੀ ਜੀ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਅਕਾਲੀ ਦਲ ਦੇ ਸੰਕਟ ਨੂੰ ਬਾਖੂਬੀ ਸਮਝਾਉਂਦੇ ਦੱਸਿਆ ਕਿ ਇਹ ਇੱਕ ਤਾਂ ਪਰਿਵਾਰਵਾਦ ਦੇ ਭੇਂਟ ਚੜ੍ਹ ਗਿਆ, ਦੂਸਰਾ ਇਹ ਆਪ ਦੀਆਂ ਕਦਰਾਂ ਕੀਮਤਾਂ ਅਤੇ ਉਹ ਸਿੱਖ ਰਵਾਇਤਾਂ ਅਤੇ ਜੋ ਸਿੱਖ ਸਿਧਾਂਤ ਸੀ ਉਸ ਤੋਂ ਕਿਤੇ ਬਹੁਤ ਪਰੇ ਚਲੇ ਗਿਆ। ਅਤੇ ਤੀਸਰਾ ਫਿਰ ਇਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ 1995-96 ਵਿੱਚ ਮੋਗੇ ਕਾਨਫਰੰਸ ਹੋਈ ਤਾਂ ਉੱਥੇ ਜਦੋਂ ਇਹਨਾਂ ਨੇ ਆਪ ਦਾ ਖਾਸਾ ਹੀ ਮੂਲ ਰੂਪ ਵਿੱਚ ਬਦਲ ਲਿਆ ਅਤੇ ਜਦੋਂ ਇਹ ਸਿੱਖਾਂ ਦੇ ਨੁਮਾਇੰਦਗੀ ਦਲ ਨਾ ਰਹਿ ਕੇ ਇੱਕ ਪੰਜਾਬੀ ਪਾਰਟੀ ਵਜੋਂ ਇਹਨਾਂ ਨੇ ਆਪਦੇ ਆਪ ਨੂੰ ਸੰਗਤ ਮੂਹਰੇ ਪ੍ਰਗਟ ਕੀਤਾ। ਅਤੇ ਫਿਰ ਇਹਨਾਂ ਨੇ ਇਹ ਵੀ ਦੱਸਿਆ ਬਈ ਜਦੋਂ ਜੋ ਸਮੱਸਿਆ ਹੈਗੀ ਹੈ, ਜਦੋਂ ਉਹ ਬੁਨਿਆਦੀ ਹੋਵੇ ਤਾਂ ਫਿਰ ਇਮਾਰਤ ਦੀ ਬੁਨਿਆਦ 'ਤੇ ਹੀ ਜਾਣਾ ਪੈਂਦਾ। ਅਤੇ ਜੋ ਫਿਲਹਾਲ ਜੋ ਇਹਨਾਂ ਦਾ ਰਵੱਈਆ ਹੈਗਾ, ਜੋ ਮੌਜੂਦਾ ਆਗੂ ਨੇ ਉਹਨਾਂ ਵਿੱਚ ਉਹ ਕਿਤੇ ਸੰਜੀਦਗੀ ਦਿਸ ਨਹੀਂ ਰਹੀ। ਇਸ ਵਾਰ ਸਿਰਫ ਇੰਨਾ ਹੀ। ਅਗਲੀ ਵਾਰੀ ਫਿਰ ਛੇਤੀ ਆਪ ਜੀ ਦੇ ਰੂਬਰੂ ਹੁੰਦੇ ਹਾਂ ਇੱਕ ਹੋਰ ਮੁੱਦਾ ਲੈ ਕੇ। ਉਦੋਂ ਤਾਈਂ ਇਜਾਜ਼ਤ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।